हाँ जी स्टूडेंट्स वेलकम करते हैं ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ BA ਸਮੈਸਟਰ 3 ਦੇ ਲਈ ਜਿਹੜੀ ਕਿ ਸੋਸ਼ੀਓਲੋਜੀ ਦੇ ਸ਼ਾਰਟ ਕੁਐਸਚਨ ਲੈ ਕੇ ਆਏ ਹਾਂ ਸੋਸ਼ੀਓਲੋਜੀ ਐਗਜ਼ਾਮ ਦੇ ਲਈ। ਹਾਂਜੀ ਸਮਾਜਿਕ ਸਤਰੀਕਰਨ ਫਸਟ ਚੈਪਟਰ ਹੈ, ਇਹਦੇ ਵਿੱਚ ਸਾਰੇ ਆਪਾਂ ਇੰਪੋਰਟੈਂਟ ਕੁਐਸਚਨ ਦੇਖਾਂਗੇ ਤੇ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਹੈ ਜਿਹੜੇ ਕਿ ਪਿਛਲੇ 4 ਸਾਲਾਂ ਦੇ 2017 ਤੋਂ ਲੈ ਕੇ ਜਿਹੜੇ ਕਿ 2022 ਤੱਕ ਦੇ ਜਿੰਨੇ ਵੀ ਪ੍ਰੀਵੀਅਸ ਈਅਰ ਐਗਜ਼ਾਮ ਨੇ ਉਹ ਆਪਾਂ ਨੇ ਅਪਲੋਡ ਕਰ ਦਿੱਤੇ ਕਿ ਅਗਰ ਤੁਸੀਂ ਨਹੀਂ ਵੀਡੀਓ ਦੇਖੀ ਉਹਨੂੰ ਜ਼ਰੂਰ ਵਾਚ ਕਰੋ। ਹਾਂਜੀ ਅੰਗਰੇਜ਼ੀ ਦਾ ਸ਼ਬਦ ਸਮਾਜਿਕ ਸਤਰੀਕਰਨ ਜਾਂ ਦਰਜੇਬੰਦੀ ਇੱਕੋ ਗੱਲ ਆ, ਚਾਹੇ ਸਮਾਜਿਕ ਦਰਜੇਬੰਦੀ ਆ ਜਾਏ ਚਾਹੇ ਸਮਾਜਿਕ ਸਤਰੀਕਰਨ। ਤਾਂ ਅੰਗਰੇਜ਼ੀ ਦਾ ਜਿਹੜੇ ਕਿ ਸ਼ਬਦ ਸਟ੍ਰੇਟਾ ਦੀ ਉਤਪਤੀ ਜਿਹੜੀ ਕਿ ਲਤੀਨੀ ਭਾਸ਼ਾ ਦੇ ਸ਼ਬਦ ਸਟ੍ਰੇਟੀਅਮ ਤੋਂ ਹੋਈ ਹੈ, ਜਿਹਦਾ ਅਰਥ ਹੈ ਸਤਰ। ਇਹਦਾ ਅਰਥ ਕੀ ਹੈ? ਸਤਰ। ਤਾਂ ਇਹਦਾ ਅਰਥ ਇਹ ਹੋਇਆ ਕਿ ਵਸਤ ਵਿਸ਼ੇਸ਼ ਵਿਭਿੰਨ ਸਤਰਾਂ ਦੇ ਵਿੱਚ ਵੰਡੀ ਹੋਈ ਹੈ, ਠੀਕ ਹੈ। ਤੇ ਇਹਨਾਂ ਸਤਰਾਂ ਦੇ ਵਿੱਚ ਉੱਚਤਾ ਤੇ ਨੀਚਤਾ ਦੀ ਵਿਵਸਥਾ ਪਾਈ ਜਾਂਦੀ ਹੈ, ਭਾਵ ਕਿ ਜਿਹੜੀ ਕਿ ਕੋਈ ਜਿਹੜੇ ਵਿਵਸਥਾ ਵਿਸ਼ੇਸ਼ ਹੈ ਜਿਹੜੇ ਕਿ ਸਤਰਾਂ ਦੇ ਵਿੱਚ ਵੰਡੀ ਹੋਈ ਹੈ, ਜਿਹਦੇ ਵਿੱਚ ਇੱਕ ਉੱਚਤਾ ਤੇ ਇੱਕ ਨੀਚਤਾ ਦੀ ਵਿਵਸਥਾ ਪਾਈ ਜਾਂਦੀ ਹੈ। ਅੱਗੇ ਹੈ ਸਮਾਜਿਕ ਸਤਰੀਕਰਨ ਹੁੰਦਾ। ਤਾਂ ਸਮਾਜਿਕ ਸਤਰੀਕਰਨ ਸਮਾਜਿਕ ਹੁੰਦਾ, ਠੀਕ ਹੈ, ਕਿਉਂਕਿ ਸਮਾਜ ਦੇ ਮੈਂਬਰਾਂ ਦੇ ਲਈ ਇਹ ਮਹੱਤਵਪੂਰਨ ਹੁੰਦਾ ਤੇ ਕੋਈ ਵੀ ਜੀਵ ਵਿਗਿਆਨਿਕ ਵਿਸ਼ੇਸ਼ਤਾ ਉਦੋਂ ਤੱਕ ਸਮਾਜਿਕ ਸਤਰੀਕਰਨ ਦਾ ਆਧਾਰ ਨਹੀਂ ਬਣਦੀ ਜਦੋਂ ਤੱਕ ਸਮਾਜ ਦੇ ਮੈਂਬਰਾਂ ਦੀਆਂ ਕੀਮਤਾਂ ਵਿਸ਼ਵਾਸ ਵਿਚਾਰਾਂ ਦਾ ਹਿੱਸਾ ਨਾ ਬਣ ਜਾਣ। ਅੱਗੇ ਹੈ ਸਮਾਜਿਕ ਵਿਭੇਦੀਕਰਨ ਕੀ ਹੈ ਜਾਂ ਸਮਾਜਿਕ ਵਖਰੇਵਾਂ ਕੀ ਹੈ ਜਾਂ ਵਿਭੇਦੀਕਰਨ ਕੀ ਹੈ। ਤਾਂ ਸਮਾਜਿਕ ਵਿਭੇਦੀਕਰਨ ਅਤੇ ਵਿਅਕਤੀਗਤ ਭਿੰਨਤਾ ਦੇ ਆਧਾਰ ਉੱਪਰ ਜਿਹੜੇ ਕਿ ਸਮਾਜ ਜਾਂ ਸਮੂਹ ਦਾ ਵਿਭਿੰਨ ਆਧਾਰਾਂ ਦੇ ਕਈ ਸਮੂਹਾਂ ਵਿੱਚ ਵੰਡੇ ਜਾਂਦੀ, ਭਾਵ ਕਿ ਸਮਾਜਿਕ ਸਮੂਹ ਤੇ ਵਿਅਕਤੀਗਤ ਭਿੰਨਤਾ ਦੇ ਆਧਾਰ ਤੇ ਸਮਾਜ ਦਾ ਜਾਂ ਸਮਾਜ ਦੇ ਸਮੂਹਾਂ ਦਾ ਕਈ ਸਮੂਹਾਂ ਵਿੱਚ ਵੰਡੇ ਜਾਣ ਨੂੰ ਆਪਾਂ ਕੀ ਕਹਿੰਦੇ ਹਾਂ? ਵਿਭੇਦੀਕਰਨ, ਠੀਕ ਹੈ। ਤੇ ਜਿੱਥੇ ਸਮਾਜਿਕ ਸਮੂਹਾਂ ਨੂੰ ਵੰਡਿਆ ਜਾਂਦਾ ਤੇ ਉੱਥੇ ਸਮਾਜ ਦੇ ਵਿੱਚ ਏਕਤਾ ਲਈ ਵੀ ਜ਼ਰੂਰੀ ਹੁੰਦਾ। ਅੱਗੇ ਹੈ ਸਮਾਜਿਕ ਸਤਰੀਕਰਨ ਤੇ ਸਮਾਜਿਕ ਵਿਭੇਦੀਕਰਨ ਵਿੱਚ ਅੰਤਰ ਕੀ ਹੈ। ਹਾਂਜੀ ਸਮਾਜਿਕ ਸਤਰੀਕਰਨ ਦੀ ਪ੍ਰਕਿਰਿਆ ਸਥਿਰ ਹੁੰਦੀ ਹੈ ਕਿਉਂਕਿ ਇਹ ਉਦੋਂ ਤੱਕ ਸੰਭਵ ਨਹੀਂ ਜਦੋਂ ਤੱਕ ਸਮਾਜ ਦੀਆਂ ਵੱਖੋ ਵੱਖਰੀਆਂ ਜਿਹੜੇ ਇਕਾਈਆਂ ਦੇ ਵਿੱਚ ਸਥਿਰਤਾ ਨਾ ਹੋਵੇ, ਪਰੰਤੂ ਸਮਾਜਿਕ ਵਿਭੇਦੀਕਰਨ ਦੇ ਲਈ ਜਿਹੜੇ ਕਿ ਸਥਾਈ ਸਮੂਹਾਂ ਦਾ ਹੋਣਾ ਜ਼ਰੂਰੀ ਨਹੀਂ। ਤੇ ਸਮਾਜਿਕ ਵਿਭੇਦੀਕਰਨ ਦੇ ਵਿੱਚ ਮਨੁੱਖ ਜਾਂ ਸਮੂਹ ਵਿੱਚ ਕੇਵਲ ਭਿੰਨਤਾ ਦਾ ਆਧਾਰ ਹੀ ਜ਼ਰੂਰੀ ਹੁੰਦਾ, ਜਦੋਂ ਕਿ ਸਮਾਜਿਕ ਸਤਰੀਕਰਨ ਦੇ ਵਿੱਚ ਊਚ ਨੀਚ ਦੇ ਆਧਾਰ ਤੇ ਜਿਹੜੇ ਕਿ ਸੰਬੰਧਾਂ ਦਾ ਹੋਣਾ ਵੀ ਜ਼ਰੂਰੀ ਹੁੰਦਾ। ਅੱਗੇ ਹੈ ਸਮਾਜਿਕ ਸਤਰੀਕਰਨ ਦੇ ਆਧਾਰ ਹੈਗੇ ਨੇ ਦੋ, ਜੀਵ ਵਿਗਿਆਨਿਕ ਆਧਾਰ ਤੇ ਸਮਾਜਿਕ ਸੰਸਕ੍ਰਿਤਿਕ ਆਧਾਰ। ਅੱਗੇ ਆ ਸਤਰੀਕਰਨ ਦੀਆਂ ਜੀਵ ਵਿਗਿਆਨਿਕ ਆਧਾਰ ਕਿਹੜੇ ਨੇ? ਲਿੰਗ, ਠੀਕ ਆ, ਉਮਰ, ਨਸਲ, ਜਨਮ। ਅੱਗੇ ਹੈ ਸਤਰੀਕਰਨ ਦੇ ਸਮਾਜ ਸੰਸਕ੍ਰਿਤਿਕ ਆਧਾਰ ਕਿਹੜੇ ਨੇ? ਆਰਥਿਕ ਆਧਾਰ, ਕਿੱਤੇ ਦਾ ਆਧਾਰ, ਸਿੱਖਿਆ ਦਾ ਆਧਾਰ, ਰਾਜਨੀਤਿਕ ਆਧਾਰ ਤੇ ਧਾਰਮਿਕ ਆਧਾਰ। ਅੱਗੇ ਹੈਗਾ ਉਮਰ ਸਮਾਜਿਕ ਸਤਰੀਕਰਨ ਦਾ ਆਧਾਰ। ਉਮਰ ਦੇ ਆਧਾਰ ਤੇ ਵਿਅਕਤੀ ਦੀ ਸਮਾਜ ਦੇ ਵਿੱਚ ਸਥਿਤੀ ਵੱਖੋ ਵੱਖਰੀ ਹੁੰਦੀ ਹੈ ਤੇ ਜਿਵੇਂ ਬੱਚਾ, ਬੁੱਢਾ, ਜਵਾਨ। ਭਾਰਤ ਵਿੱਚ ਵੋਟ ਪਾਉਣ ਲਈ ਤੇ ਰਾਸ਼ਟਰਪਤੀ ਬਣਨ ਦੇ ਲਈ ਜਿਹੜੀ ਉਮਰ ਦਾ ਆਧਾਰ ਹੁੰਦਾ। ਅੱਗੇ ਹੈਗਾ ਸਿੱਖਿਆ ਸਤਰੀਕਰਨ ਦਾ ਆਧਾਰ। ਹਾਂਜੀ ਸਮਾਜ ਦੇ ਵਿੱਚ ਪੜ੍ਹੇ ਲਿਖੇ ਨੂੰ ਸਿਆਣਾ ਜਾਂ ਵਿਦਵਾਨ ਤੇ ਅਨਪੜ੍ਹ ਵਿਅਕਤੀ ਲਈ ਮੂਰਖ ਸ਼ਬਦ ਦਾ ਇਸਤੇਮਾਲ ਹੁੰਦਾ। ਤੇ ਜਿਹੜੇ ਲੋਕ ਉੱਚੀ ਵਿੱਦਿਆ ਪ੍ਰਾਪਤ ਕਰ ਲੈਂਦੇ ਨੇ ਉਹਨਾਂ ਦੀ ਸਮਾਜ ਦੇ ਵਿੱਚ ਦੂਜੇ ਵਿਅਕਤੀਆਂ ਦੇ ਮੁਕਾਬਲੇ ਵਧੇਰੇ ਇੱਜ਼ਤ ਮਾਣ ਹੁੰਦਾ ਤੇ ਉਹਨਾਂ ਦਾ ਜਿਹੜੇ ਕਿ ਉਹਨੂੰ ਉੱਚਾ ਜਾਣਿਆ ਜਾਂਦਾ। ਨੈਕਸਟ ਹੈਗਾ ਕਾਰਲ ਮਾਰਕਸ ਨੇ ਸਤਰੀਕਰਨ ਦਾ ਆਧਾਰ ਕਿਹੜਾ ਮੰਨਿਆ। ਤਾਂ ਕਾਰਲ ਮਾਰਕਸ ਨੇ ਸਮਾਜ ਦੇ ਵਿੱਚ ਸਤਰੀਕਰਨ ਦਾ ਮੁੱਖ ਆਧਾਰ ਜਿਹੜੇ ਕਿ ਧਨ ਦੌਲਤ ਨੂੰ ਮੰਨਿਆ ਤੇ ਉਹਦੇ ਅਨੁਸਾਰ ਸਮਾਜ ਦੇ ਵਿੱਚ ਧਨ ਦੇ ਆਧਾਰ ਤੇ ਹੀ ਜਿਹੜੀ ਕਿ ਸ਼੍ਰੇਣੀ ਵੰਡ ਹੁੰਦੀ ਆ। ਇੱਕ ਪੂੰਜੀਪਤੀ ਹੁੰਦੇ ਨੇ ਤੇ ਦੂਜੇ ਮਜ਼ਦੂਰ ਹੁੰਦੇ ਨੇ ਤੇ ਸਮਾਜ ਅਮੀਰੀ ਤੇ ਗਰੀਬੀ ਦੀ ਵੰਡ ਦੇ ਆਧਾਰ ਤੇ ਹੀ ਵੰਡਿਆ ਹੋਇਆ ਤੇ ਅਮੀਰ ਵਿਅਕਤੀ ਨੂੰ ਸਮਾਜ ਦੇ ਵਿੱਚ ਉੱਚਾ ਸਥਾਨ ਤੇ ਗਰੀਬ ਵਿਅਕਤੀ ਨੂੰ ਸਮਾਜ ਦੇ ਵਿੱਚ ਨੀਵਾਂ ਸਥਾਨ। ਅੱਗੇ ਹੈਗਾ ਸਮਾਜਿਕ ਸਤਰੀਕਰਨ ਦੀ ਜ਼ਰੂਰਤ ਜਾਂ ਸਮਾਜਿਕ ਸਤਰੀਕਰਨ ਦੇ ਦੋ ਕਾਰਜ। ਸਮਾਜਿਕ ਸਤਰੀਕਰਨ ਜਾਂ ਸਮਾਜਿਕ ਵਿਵਸਥਾ ਦਾ ਅਭਿੰਨ ਅੰਗ ਹੈ ਤੇ ਹਰੇਕ ਪ੍ਰਕਾਰ ਦੇ ਸਮਾਜ ਦੇ ਵਿੱਚ ਕਿਸੇ ਨਾ ਕਿਸੇ ਪ੍ਰਕਾਰ ਦਾ ਸਤਰੀਕਰਨ ਪਾਇਆ ਜਾਂਦਾ ਤੇ ਇਹਦੇ ਨਾਲ ਉਸ ਦੇ ਵਿੱਚ ਗਤੀਸ਼ੀਲਤਾ ਵੀ ਬਣੀ ਰਹਿੰਦੀ ਹੈ ਤੇ ਮਨੁੱਖ ਤੇ ਸਮਾਜ ਦਾ ਜੀਵਨ ਵੀ ਚੱਲਦਾ ਰਹਿੰਦਾ। ਤੇ ਸਮਾਜਿਕ ਸਤਰੀਕਰਨ ਸਮਾਜ ਨੂੰ ਨਿਯੋਜਿਤ ਕਰਦਾ ਤੇ ਨਿਯੰਤਰਣ ਪ੍ਰਦਾਨ ਕਰਦਾ ਤੇ ਇਸ ਤਰ੍ਹਾਂ ਕਾਰਜਮਤਕ, ਠੀਕ ਹੈ, ਜ਼ਰੂਰਤ ਦੇ ਲਈ ਮੌਕਿਆਂ ਦੀ ਪ੍ਰਾਪਤੀ ਦੇ ਲਈ ਕਾਰਜਮਤਕ ਪ੍ਰੋਤਸਾਹਨ ਲਈ ਸਤਰੀਕਰਨ ਦੀ ਜ਼ਰੂਰਤ ਪੈਂਦੀ ਹੈ। ਕਿੱਤੇ ਦੇ ਆਧਾਰ ਉੱਤੇ ਸਤਰੀਕਰਨ। ਹਾਂਜੀ ਕਿੱਤੇ ਦੇ ਆਧਾਰ ਤੇ ਸਮਾਜ ਨੂੰ ਵੱਖ-ਵੱਖ ਭਾਗਾਂ ਵਿੱਚ ਵੰਡਿਆ ਜਾਂਦਾ। ਕੁਝ ਕਿੱਤੇ ਸਮਾਜ ਦੇ ਵਿੱਚ ਮਹੱਤਵਪੂਰਨ ਸਮਝੇ ਜਾਂਦੇ ਨੇ ਤੇ ਕੁਝ ਘੱਟ ਮਹੱਤਵਪੂਰਨ। ਤੇ ਵਰਨ ਵਿਵਸਥਾ ਵਿੱਚ ਸਤਰੀਕਰਨ ਕਿੱਤੇ ਦੇ ਆਧਾਰ ਉੱਤੇ ਹੁੰਦਾ ਤੇ ਵਿਅਕਤੀ ਜਿਹੜੇ ਕਿੱਤੇ ਨੂੰ ਅਪਣਾਉਂਦਾ ਉਹਨੂੰ ਉਸੇ ਦੇ ਅਨੁਸਾਰ ਸਮਾਜ ਦੇ ਵਿੱਚ ਜਿਹੜੀ ਕਿ ਸਥਿਤੀ ਪ੍ਰਾਪਤ ਹੋ ਜਾਂਦੀ ਹੈ। ਤੇ ਕਈ ਸਮਾਜ ਵਿਗਿਆਨੀਆਂ ਨੇ ਤਾਂ ਕਿੱਤੇ ਨੂੰ ਹੀ ਸਮਾਜਿਕ ਸਤਰੀਕਰਨ ਦਾ ਪ੍ਰਮੁੱਖ ਆਧਾਰ ਮੰਨਿਆ,
ਠੀਕ ਹੈ, ਭਾਵ ਕਿ ਕਿੱਤੇ ਦੇ ਆਧਾਰ ਤੇ ਜਿਹੜੇ ਕਿ ਉਹਦਾ ਸਮਾਜ ਦੇ ਵਿੱਚ ਅਹੁਦਾ ਮੰਨਿਆ ਜਾਂਦਾ। ਤੇ ਕਈ ਸਮਾਜ ਵਿਗਿਆਨੀ ਤਾਂ ਕਿੱਤੇ ਨੂੰ ਇਹਦਾ ਆਧਾਰ ਮੰਨਦੇ ਨੇ, ਤੇ ਇਸ ਤਰ੍ਹਾਂ ਵਿਭਿੰਨ ਕਿੱਤਿਆਂ ਜਾਂ ਗੁਣਾਂ ਨੂੰ ਪਰਖ ਕੇ ਸਮਾਜ ਦੇ ਵਿੱਚ ਉਹਨਾਂ ਦੀ ਸਥਿਤੀ ਪ੍ਰਾਪਤ ਹੁੰਦੀ ਆ। ਅਗਲਾ ਹੈਗਾ ਸਤਰੀਕਰਨ ਦੇ ਬਾਰੇ ਡੇਵਿਸ ਤੇ ਮੂਰੇ ਦੇ ਵਿਚਾਰ। ਡੇਵਿਸ ਤੇ ਮੂਰੇ ਅਨੁਸਾਰ ਸਤਰੀਕਰਨ ਸਾਰੇ ਸਮਾਜ ਦੇ ਵਿੱਚ ਮੌਜੂਦ ਆ, ਤੇ ਅਸੀਂ ਹਰੇਕ ਸਮਾਜ ਦੇ ਵਿੱਚ ਉੱਚੇ ਤੇ ਨੀਵੇਂ ਵਰਗ ਦਾ ਸਤਰੀਕਰਨ ਦੇਖਦੇ ਹਾਂ। ਤੇ ਇਸ ਅਸਮਾਨਤਾ ਦੇ ਸਰਵਵਿਆਪਕ ਹੋਣ ਦੇ ਕਾਰਨ ਉਹ ਕਹਿੰਦੇ ਨੇ ਕਿ ਸਮਾਜਿਕ ਸਤਰੀਕਰਨ ਸਮਾਜ ਦੀ ਕਾਰਜਾਤਮਕ ਜ਼ਰੂਰਤ ਹੈ। ਤੇ ਇਹਦਾ ਅਰਥ ਹੈ ਕਿ ਵੱਖ-ਵੱਖ ਨੀਵੇਂ ਤੇ ਉੱਚੇ ਵਰਗਾਂ ਵਿੱਚ ਸਮਾਜ ਦੀ ਵੰਡ ਉਹਨਾਂ ਦੇ ਕਾਰਜਾਤਮਕ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ। ਜੇ ਸਮਾਜਿਕ ਵਿਵਸਥਾ ਦੀ ਕਿਰਿਆਸ਼ੀਲਤਾ ਬਣੀ ਰਹੇ ਤਾਂ ਉਹਦੇ ਲਈ ਜ਼ਰੂਰੀ ਹੈ ਕਿ ਉਹਦੀਆਂ ਮੁੱਢਲੀਆਂ ਕਾਰਜਾਤਮਕ ਸ਼ਰਤਾਂ ਪੂਰੀਆਂ ਹੋਣ। ਤੇ ਇਹਨਾਂ ਸ਼ਰਤਾਂ ਵਿੱਚੋਂ ਇਹ ਹੈ ਕਿ ਸਮਾਜ ਦੇ ਵੱਖ-ਵੱਖ ਕੰਮ ਜ਼ਿਆਦਾ ਵਧੀਆ ਤਰੀਕੇ ਨਾਲ ਕੀਤੇ ਜਾਂਦੇ ਨੇ। ਹਾਂਜੀ, ਅੱਗੇ ਹੈ ਡੇਵਿਸ ਤੇ ਮੂਰੇ ਦੇ ਅਨੁਸਾਰ ਘੱਟ ਗਿਣਤੀਆਂ ਦੀਆਂ ਚੀਜ਼ਾਂ ਵਿਅਕਤੀ ਨੂੰ ਸੁੱਖ ਦੇਣ ਵਾਲੀਆਂ ਚੀਜ਼ਾਂ, ਵਿਅਕਤੀ ਨੂੰ ਮਨੋਰੰਜਨ ਦੇਣ ਵਾਲੀਆਂ, ਵਿਅਕਤੀ ਦੇ ਹੰਕਾਰ ਤੇ ਆਤਮ ਸਨਮਾਨ ਦੇ ਵਿਕਾਸ ਵਿੱਚ ਸਹਾਇਕ। ਅੱਗੇ ਇਹਨਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਰੀਡ ਕਰ ਲੈਣਾ, ਠੀਕ ਹੈ। ਇਹਨਾਂ ਨੂੰ ਪ੍ਰਭਾਵਿਤ ਕਰਨ ਵਾਲੇ ਤੇ ਸਥਿਤੀਆਂ ਨੂੰ ਪ੍ਰਭਾਵਿਤ ਕਰਨ ਵਾਲੇ, ਇਹਨਾਂ ਨੂੰ ਇੱਕ ਵਾਰ ਜ਼ਰੂਰ ਰੀਡ ਕਰ ਲੈਣਾ। ਤੇ ਜਿਹੜੇ ਪਹਿਲਾਂ ਪ੍ਰੀਵੀਅਸ ਈਅਰ ਐਗਜ਼ਾਮਸ ਦੇ ਵਿੱਚ ਆਏ ਹੋਏ ਨੇ ਉਹਨਾਂ ਨੂੰ ਐਨ ਚੰਗੇ ਤਰੀਕੇ ਨਾਲ ਯਾਦ ਕਰਨਾ, ਠੀਕ ਹੈ। ਮਾਰਕਸ ਨੇ ਮਨੁੱਖ ਦੇ ਇਤਿਹਾਸ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ? 4 ਭਾਗਾਂ ਦੇ ਵਿੱਚ। ਪ੍ਰਾਚੀਨ ਸਾਮਵਾਦੀ ਯੁੱਗ, ਪ੍ਰਾਚੀਨ ਸਮਾਜ, ਠੀਕ ਹੈ, ਸੰਮਤਵਾਦੀ ਸਮਾਜ, ਪੂੰਜੀਵਾਦੀ ਸਮਾਜ। ਅੱਗੇ ਹੈਗਾ ਮਾਰਕਸ ਦੇ ਅਨੁਸਾਰ ਸਤਰੀਕਰਨ ਦਾ ਨਤੀਜਾ ਕੀ ਹੈ, ਜਾਂ ਮਾਰਕਸ ਦਾ ਦਰਜੇਬੰਦੀ ਦਾ ਸਿਧਾਂਤ ਕੀ ਹੈ? ਤਾਂ ਮਾਰਕਸ ਦਾ ਇਹ ਕਹਿਣਾ ਕਿ ਸਮਾਜ ਵਿੱਚ 2 ਵਰਗ ਹੁੰਦੇ ਨੇ। ਪਹਿਲਾ ਵਰਗ ਉਤਪਾਦਨ ਦੇ ਸਾਧਨਾਂ ਦਾ ਮਾਲਕ ਹੁੰਦਾ, ਦੂਜਾ ਵਰਗ ਉਤਪਾਦਨ ਦੇ ਸਾਧਨਾਂ ਦਾ ਮਾਲਕ ਨਹੀਂ ਹੁੰਦਾ। ਭਾਵ ਕਿ ਪਹਿਲਾ ਤਾਂ ਜਿਹਦਾ ਤਾਂ ਉਤਪਾਦਨ ਦੇ ਸਾਧਨਾਂ ਦਾ ਮਾਲਕ ਹੁੰਦਾ, ਠੀਕ ਹੈ, ਦੂਜਾ ਵਰਗ ਉਤਪਾਦਨ ਦੇ ਜਿਹੜੇ ਸਾਧਨ ਨੇ ਉਹਨਾਂ ਦਾ ਮਾਲਕ ਨਹੀਂ ਹੁੰਦਾ। ਤੇ ਇਸ ਮਾਲਕੀ ਦੇ ਆਧਾਰ ਉੱਤੇ ਹੀ ਮਾਲਕ ਵਰਗ ਦੀ ਸਥਿਤੀ ਉੱਚੀ ਹੁੰਦੀ ਹੈ ਤੇ ਗੈਰ ਜਿਹੜਾ ਮਾਲਕ ਨਹੀਂ ਹੁੰਦਾ ਉਹਦੀ ਨੀਵੀਂ ਹੁੰਦੀ ਹੈ। ਤੇ ਮਾਲਕ ਵਰਗ ਨੂੰ ਮਾਰਕਸ ਕਿਹੜਾ ਵਰਗ ਕਹਿੰਦਾ? ਪੂੰਜੀਪਤੀ ਕਹਿੰਦਾ। ਤੇ ਜਿਹੜੇ ਮਾਲਕ ਨਹੀਂ ਹੁੰਦੇ ਉਹ ਹੁੰਦੇ ਨੇ ਮਜ਼ਦੂਰ ਵਰਗ। ਤੇ ਪੂੰਜੀਪਤੀ ਵਰਗ ਮਜ਼ਦੂਰ ਵਰਗ ਦਾ ਆਰਥਿਕ ਰੂਪ ਦੇ ਨਾਲ ਸ਼ੋਸ਼ਣ ਕਰਦਾ, ਤੇ ਮਜ਼ਦੂਰ ਵਰਗ ਆਪਣੇ ਅਧਿਕਾਰ ਪ੍ਰਾਪਤ ਕਰਨ ਲਈ ਪੂੰਜੀਪਤੀ ਵਰਗ ਨਾਲ ਸੰਘਰਸ਼ ਕਰਦੇ ਨੇ। ਇਹੀ ਸਤਰੀਕਰਨ ਦਾ ਜਿਹੜਾ ਕਿ ਨਤੀਜਾ। ਅੱਗੇ ਹੈ ਵਰਗਾਂ ਦੇ ਵਿੱਚ ਆਪਸੀ ਸੰਬੰਧ ਕਿਸ ਤਰ੍ਹਾਂ ਦੇ ਹੁੰਦੇ ਨੇ। ਹਾਂਜੀ, ਮਾਰਕਸ ਦੇ ਅਨੁਸਾਰ ਵਰਗਾਂ ਦੇ ਵਿੱਚ ਆਪਸੀ ਸੰਬੰਧ ਜਿਹੜੇ ਕਿ ਆਪਸੀ ਨਿਰਭਰਤਾ ਤੇ ਸੰਘਰਸ਼ ਵਾਲੇ ਹੁੰਦੇ ਨੇ। ਪੂੰਜੀਪਤੀ ਦੇ ਆਧਾਰ ਤੇ ਮਜ਼ਦੂਰ ਦੋਵੇਂ ਆਪਣੀ ਹੋਂਦ ਲਈ ਇੱਕ ਦੂਜੇ ਤੇ ਨਿਰਭਰ ਕਰਦੇ ਨੇ। ਮਜ਼ਦੂਰ ਵਰਗ ਨੂੰ ਰੋਟੀ ਕਮਾਉਣ ਲਈ ਆਪਣੀ ਕਿਰਤ ਵੇਚਣੀ ਪੈਂਦੀ ਆ, ਤੇ ਉਹ ਪੂੰਜੀਪਤੀ ਨੂੰ ਆਪਣੀ ਕਿਰਤ ਵੇਚਦੇ ਨੇ, ਤੇ ਰੋਟੀ ਕਮਾਉਣ ਲਈ ਜਿਹੜੇ ਕਿ ਉਸ ਉੱਪਰ ਨਿਰਭਰ ਕਰਦੇ ਨੇ। ਤੇ ਉਹਦੀ ਮਜ਼ਦੂਰੀ ਦੇ ਬਦਲੇ ਪੂੰਜੀਪਤੀ ਉਹਨਾਂ ਦੇ ਮਜ਼ਦੂਰੀ ਦਾ ਕਿਰਾਇਆ ਦਿੰਦੇ ਨੇ, ਤੇ ਪੂੰਜੀਪਤੀ ਵੀ ਮਜ਼ਦੂਰਾਂ ਤੇ ਨਿਰਭਰ ਕਰਦੇ ਨੇ, ਠੀਕ ਹੈ। ਹਾਂਜੀ, ਨੈਕਸਟ ਆਪਾਂ ਦੇਖਦੇ ਹਾਂ ਕਾਰਲ ਮਾਰਕਸ ਦੇ ਅਨੁਸਾਰ ਸਮਾਜਿਕ ਸਤਰੀਕਰਨ ਦੇ ਕਿਹੜੇ ਰੂਪ ਨੇ। ਗੁਲਾਮੀ, ਅਸਟੇਟ, ਜਾਤੀ, ਵਰਗ, ਠੀਕ ਹੈ। ਤੇ ਨੈਕਸਟ, ਹਾਂਜੀ, ਵਰਗ ਸੰਘਰਸ਼ ਕੀ ਆ। ਕਾਰਲ ਮਾਰਕਸ ਨੇ ਹਰੇਕ ਸਮਾਜ ਦੇ ਵਿੱਚ 2 ਵਰਗਾਂ ਦੀ ਜਿਹੜੀ ਕਿ ਵਰਣਨ ਕੀਤਾ। ਇੱਕ ਵਰਗ ਹੁੰਦਾ ਸ਼ੋਸ਼ਣ ਕਰਨ ਵਾਲਾ, ਦੂਜਾ ਸ਼ੋਸ਼ਿਤ। ਭਾਵ ਕਿ ਸ਼ੋਸ਼ਣ ਨੂੰ ਸਹਿਣ ਕਰਨ ਵਾਲਾ ਜਿਹੜਾ ਕਿ ਜ਼ੁਲਮ ਸਹਿੰਦਾ, ਇੱਕ ਜਿਹੜਾ ਜ਼ੁਲਮ ਕਰਦਾ, ਠੀਕ ਹੈ। ਜਿਹੜਾ ਜ਼ੁਲਮ ਕਰਦਾ ਉਹ ਹੁੰਦਾ ਸ਼ੋਸ਼ਣ ਕਰਨ ਵਾਲਾ, ਠੀਕ ਹੈ। ਤੇ ਜਿਹੜਾ ਜ਼ੁਲਮ ਸਹਿ ਰਿਹਾ, ਠੀਕ ਹੈ, ਉਹ ਹੁੰਦਾ ਸ਼ੋਸ਼ਿਤ। ਭਾਵ ਕਿ ਇਹ ਵਾਲੇ ਲੋਕ ਜਿਹੜੇ ਕਿ ਇਸ ਤੇ ਜ਼ੁਲਮ ਕਰਦੇ ਨੇ, ਠੀਕ ਹੈ, ਉਹਨੂੰ ਕਹਿੰਦੇ ਨੇ ਸ਼ੋਸ਼ਿਤ। ਜਿਹੜੇ ਕਰਦੇ ਨੇ ਉਹ ਸ਼ੋਸ਼ਣ। ਤੇ ਇਹਨਾਂ ਦੇ ਵਿੱਚ ਸੰਘਰਸ਼ ਹੁੰਦਾ। ਤੇ ਮਾਰਕਸ ਵਰਗ ਆ ਜਿਹੜੇ ਕਿ ਇਹਨਾਂ ਦੇ ਵਿੱਚ ਸੰਘਰਸ਼ ਹੁੰਦਾ, ਜਿਸ ਨੂੰ ਕਾਰਲ ਮਾਰਕਸ ਵਰਗ ਸੰਘਰਸ਼ ਕਹਿੰਦਾ। ਤੇ ਸ਼ੋਸ਼ਣ ਕਰਨ ਵਾਲਾ ਪੂੰਜੀਪਤੀ ਵਰਗ ਹੁੰਦਾ, ਤੇ ਜਿਹਦੇ ਕੋਲ ਉਤਪਾਦਨ ਦੇ ਸਾਧਨ ਹੁੰਦੇ ਨੇ, ਤੇ ਉਹਨਾਂ ਉਤਪਾਦਨਾਂ ਦੀ ਜਿਹੜੀ ਕਿ ਮਾਲਕੀਅਤ ਉਹਦੇ ਕੋਲ ਹੁੰਦੀ ਹੈ, ਤੇ ਉਹ ਉਤਪਾਦਨ ਦੇ ਸਾਧਨਾਂ ਨਾਲ ਹੋਰਾਂ ਵਰਗਾਂ ਨੂੰ ਵੀ ਦਿਵਾਉਂਦਾ। ਤੇ ਦੂਜਾ ਵਰਗ ਜਿਹੜਾ ਮਜ਼ਦੂਰਾਂ ਦਾ ਹੁੰਦਾ, ਜਿਹਦੇ ਕੋਲ ਉਤਪਾਦਨ ਦੇ ਕੋਈ ਸਾਧਨ ਨਹੀਂ ਹੁੰਦੇ, ਤੇ ਉਹ ਰੋਜੀ ਰੋਟੀ ਕਮਾਉਣ ਲਈ ਆਪਣੀ ਮਿਹਨਤ ਵੇਚਣ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕਰਦਾ। ਤਾਂ ਇਹ ਵਰਗ ਪਹਿਲੇ ਵਰਗ ਤੋਂ ਹਮੇਸ਼ਾ ਸ਼ੋਸ਼ਿਤ ਹੁੰਦਾ, ਭਾਵ ਕਿ ਹਮੇਸ਼ਾ ਉਹ ਤੋਂ ਜਿਹੜੇ ਕਿ ਜ਼ੁਲਮ ਸਹਿੰਦਾ ਉਹਦੇ, ਤੇ ਜਿਸ ਕਾਰਨ ਦੋਹਾਂ ਦੇ ਵਿੱਚ ਜਿਹੜੇ ਕਿ ਸੰਘਰਸ਼ ਹੁੰਦਾ। ਤੇ ਇਹਨੂੰ ਕਾਰਲ ਮਾਰਕਸ ਨੇ ਵਰਗ ਸੰਘਰਸ਼ ਕਿਹਾ। ਉਤਪਾਦਨ ਦੇ ਸਾਧਨ ਉਹ ਸਾਧਨ ਨੇ ਜਿਨ੍ਹਾਂ ਦੀ ਮਦਦ ਨਾਲ ਕੰਮ ਕਰਕੇ ਜਿਹੜੇ ਕਿ ਧਨ ਕਮਾਇਆ ਜਾਵੇ, ਪੈਸਾ ਕਮਾਇਆ ਜਾਂਦਾ, ਉਹਨਾਂ ਨੂੰ ਕਹਿੰਦੇ ਉਤਪਾਦਨ ਦੇ ਸਾਧਨ। ਤੇ ਚੰਗਾ ਜੀਵਨ ਬਤੀਤ ਕੀਤਾ ਜਾਂਦਾ। ਤੇ ਮਨੁੱਖ ਉਤਪਾਦਨ ਦੇ ਸਾਧਨਾਂ ਦਾ ਪ੍ਰਯੋਗ ਕਰਕੇ ਉਤਪਾਦਨ ਕੌਸ਼ਲ ਦੇ ਆਧਾਰ ਉੱਤੇ ਹੀ ਭੌਤਿਕ ਵਸਤੂਆਂ ਦਾ ਉਤਪਾਦਨ ਕਰਦਾ। ਤੇ ਸਾਰੇ ਤੱਤ ਇਕੱਠੇ ਮਿਲ ਕੇ ਉਤਪਾਦਨ ਦੀਆਂ ਸ਼ਕਤੀਆਂ ਦਾ ਨਿਰਮਾਣ ਕਰਦੇ ਨੇ। ਤੇ ਉਤਪਾਦਨ ਦੇ ਤਰੀਕਿਆਂ ਉੱਤੇ ਪੂੰਜੀਪਤੀਆਂ ਦਾ ਅਧਿਕਾਰ ਹੁੰਦਾ, ਤੇ ਉਹ ਇਹਨਾਂ ਦੀ ਮਦਦ ਨਾਲ ਫਾਲਤੂ ਮੂਲ ਦਾ ਨਿਰਮਾਣ ਕਰਕੇ ਮਜ਼ਦੂਰ ਵਰਗ ਦਾ ਸ਼ੋਸ਼ਣ ਕਰਦੇ ਨੇ। ਤੇ ਇਸ ਉਤਪਾਦਨ ਦੇ ਤਰੀਕੇ ਦੀ ਮਦਦ ਨਾਲ ਹੀ ਉਹ ਹੋਰ ਅਮੀਰ ਹੁੰਦਾ ਜਾਂਦਾ, ਤੇ ਜਿਸ ਦਾ ਪ੍ਰਯੋਗ ਉਹ ਮਜ਼ਦੂਰ ਵਰਗ ਨੂੰ ਦਬਾਉਣ ਲਈ ਕਰਦਾ। ਅੱਗੇ ਹੈਗਾ ਜਾਤੀ ਪ੍ਰਥਾ। ਹਾਂਜੀ, ਜਾਤ ਸ਼ਬਦ ਦਾ ਸ਼ਾਬਦਿਕ ਅਰਥ ਜਾਂ ਬੰਦ ਸਤਰੀਕਰਨ, ਜਾਂ ਕਹਿੰਦੇ ਨੇ ਬੰਦ ਸਤਰੀਕਰਨ। ਹਾਂਜੀ,
ਜਾਤ ਸ਼ਬਦ ਅੰਗਰੇਜ਼ੀ ਦਾ ਰੂਪਾਂਤਰ ਕਾਸਟ, ਜਿਹੜਾ ਪੁਰਤਗਾਲੀ ਭਾਸ਼ਾ ਦਾ ਸ਼ਬਦ ਕਾਸਟਾ ਤੋਂ ਲਿਆ ਗਿਆ। ਭਾਵ ਕਿ ਜਿਹੜਾ ਅੰਗਰੇਜ਼ੀ ਦਾ ਸ਼ਬਦ ਆ ਕਾਸਟ, ਇਹ ਪੁਰਤਗਾਲੀ ਸ਼ਬਦ ਕਾਸਟਾ ਤੋਂ ਲਿਆ ਗਿਆ, ਜਿਹਦਾ ਅਰਥ ਹੈ ਨਸਲ ਜਾਂ ਰਵਾ। ਤੇ ਇਹ ਲਤੀਨੀ ਭਾਸ਼ਾ ਦੇ ਸ਼ਬਦਾਂ ਨਾਲ ਵੀ ਸੰਬੰਧਿਤ ਹੈ, ਜਿਹਦਾ ਅਰਥ ਹੈ ਸ਼ੁੱਧ ਨਸਲ, ਤੇ ਇਹਦਾ ਅਰਥ ਹੈ ਪਿਤਾ ਪੁਰਖੀ ਤੇ ਜਨਮ ਉੱਪਰ ਆਧਾਰਿਤ ਵਿਵਸਥਾ ਤੋਂ ਲਿਆ ਜਾਂਦਾ। ਅੱਗੇ ਹੈ ਜਾਤ ਅੰਤਰਵਿਆਹੀ ਆ। ਤਾਂ ਹਰ ਇੱਕ ਜਾਤ ਦੇ ਵਿੱਚ ਇਹ ਨਿਯਮ ਹੁੰਦਾ ਕਿ ਵਿਅਕਤੀ ਨੂੰ ਵਿਆਹ ਜਾਤ ਤੋਂ ਬਾਹਰ ਕਰਵਾਉਣ ਦੀ ਇਜਾਜ਼ਤ ਨਹੀਂ ਸੀ, ਤੇ ਹਰ ਇੱਕ ਜਾਤ ਉਪਜਾਤਾਂ ਵਿੱਚ ਵੰਡੀ ਹੁੰਦੀ ਸੀ, ਤੇ ਇੱਕ ਵਿਅਕਤੀ ਨੂੰ ਆਪਣੀ ਹੀ ਉਪਜਾਤੀ ਦੇ ਵਿੱਚ ਵਿਆਹ ਕਰਵਾਉਣਾ ਪੈਂਦਾ। ਅੱਗੇ ਹੈ ਕਿੱਤੇ ਸੰਬੰਧੀ ਪਾਬੰਦੀਆਂ, ਕਿ ਉਹਨੂੰ ਉਹੀ ਕਿੱਤਾ ਜਿਹੜੇ ਕਿ ਅਪਣਾਉਣਾ ਪੈਂਦਾ ਸੀ ਜੋ ਕਿੱਤਾ ਜਿਹੜੇ ਕਿ ਪਹਿਲਾਂ ਅਪਣਾਇਆ ਵਾ ਹੁੰਦਾ ਸੀ। ਬ੍ਰਾਹਮਣ ਜਾਤੀ ਵਿੱਚ ਪੈਦਾ ਹੋਏ ਵਿਅਕਤੀ ਪੜ੍ਹਨ ਪੜ੍ਹਾਉਣ ਦਾ ਤੇ ਦਾਨ ਦੇਣ ਵਾਲਿਆਂ ਦਾ ਕੰਮ ਕਰਦਾ ਸੀ। ਭਾਵ ਕਿ ਵਿਅਕਤੀ ਨੂੰ ਕਿੱਤਾ ਜਿਹੜੇ ਕਿ ਪਹਿਲਾਂ ਜਿਹੜਾ ਹੁੰਦਾ ਸੀ ਉਹਨੂੰ ਉਹੀ ਕੰਮ ਕਰਨਾ ਸੀ ਉਹਨੇ, ਤੇ ਸਾਰੀ ਉਮਰ ਉਹਨੂੰ ਬਦਲ ਨਹੀਂ ਸਕਦਾ ਸੀ। ਅੱਗੇ ਹੈ ਪਦਕਰਮ ਕੀਆ ਜਾਂ ਸੰਸਤਰਨ। ਜਾਤੀ ਪ੍ਰਥਾ ਵਿੱਚ ਸਮਾਜ ਨੂੰ ਵੱਖ-ਵੱਖ ਖੰਡਾਂ ਦੇ ਵਿੱਚ ਵੰਡਿਆ ਗਿਆ, ਵੱਖ-ਵੱਖ ਭਾਗਾਂ ਵਿੱਚ ਵੰਡਿਆ ਗਿਆ, ਤੇ ਹਰ ਇੱਕ ਖੰਡ ਨੂੰ ਸਮਾਜਿਕ ਸਥਿਤੀ ਵੱਖੋ ਵੱਖਰੀ ਪ੍ਰਾਪਤ ਹੁੰਦੀ ਹੈ, ਜੋ ਕਿ ਉੱਚੇ ਤੋਂ ਉੱਚੇ ਨੀਵੇਂ ਸੱਤਰ ਦੇ ਆਧਾਰ ਹੁੰਦੇ ਆ। ਉੱਚੇ ਹਾਂਜੀ, ਤੇ ਬ੍ਰਾਹਮਣਾਂ ਦੀ ਸਥਿਤੀ ਸਭ ਤੋਂ ਉੱਚੀ ਹੁੰਦੀ ਹੈ, ਕਸ਼ੱਤਰੀਆਂ ਦੇ ਤੋਂ ਹੇਠਾਂ, ਤੇ ਫਿਰ ਵੈਸ਼ਾਂ ਦੀ ਤੋਂ ਹੇਠਾਂ, ਤੇ ਹੇਠਲੀਆਂ ਸਾਰੀਆਂ ਤੋਂ ਜਿਹੜੀ ਕਿ ਹੇਠਾਂ ਹੁੰਦੀ ਆ ਜਿਹੜੇ ਕਿ ਸ਼ੂਦਰਾਂ ਦੀ। ਅੱਗੇ ਹੈ ਜਾਤੀ ਪ੍ਰਥਾ ਅਨੁਸਾਰ ਮਾਨਸਿਕ ਸੁਰੱਖਿਆ ਪ੍ਰਧਾਨਤਾ, ਇਹਨੂੰ ਰੀਡ ਕਰ ਲੈਣਾ। ਜਾਤ ਦੇ ਲੱਛਣ ਜਿਹਦੇ ਵਿਸ਼ੇਸ਼ਤਾਵਾਂ ਸਮਾਜ ਦੀ ਵੱਖ-ਵੱਖ ਹਿੱਸਿਆਂ ਵਿੱਚ ਵੰਡ, ਵੱਖ-ਵੱਖ ਹਿੱਸਿਆਂ ਵਿੱਚ ਪਦਕਰਮ, ਠੀਕ ਹੈ, ਸਮਾਜਿਕ ਮੇਲ ਜੋਲ ਤੇ ਖਾਣ ਪੀਣ ਸੰਬੰਧੀ ਪਾਬੰਦੀਆਂ, ਵੱਖ-ਵੱਖ ਜਾਤਾਂ ਦੀਆਂ ਨਾਗਰਿਕ ਤੇ ਧਾਰਮਿਕ ਅਵਸਥਾਵਾਂ ਤੇ ਵਿਸ਼ੇਸ਼ ਅਧਿਕਾਰ, ਮਨਮਰਜ਼ੀ ਦਾ ਕਿੱਤਾ ਅਪਣਾਉਣ ਉੱਤੇ ਪਾਬੰਦੀ, ਵਿਆਹ ਸੰਬੰਧੀ ਪਾਬੰਦੀ, ਇਹਦੀਆਂ ਹੈਗੀਆਂ ਨੇ ਵਿਸ਼ੇਸ਼ਤਾਵਾਂ। ਅੱਗੇ ਹੈਗਾ ਖੂਨ ਦੀ ਸ਼ੁੱਧਤਾ ਦਾ ਕਾਇਮ ਰੱਖਣਾ, ਭਾਵ ਕਿ ਇੱਕੋ ਜਾਤੀ ਦੇ ਵਿੱਚ ਜਿਹੜਾ ਕਿ ਵਿਆਹ ਕਰਵਾਉਣਾ। ਇਹਨਾਂ ਨੂੰ ਇੱਕ ਵਾਰ ਜ਼ਰੂਰ ਰੀਡ ਕਰ ਲੈਣਾ, ਜਿਹੜੇ ਵੈਸੇ ਨਹੀਂ ਆਏ ਹੋਏ ਐਗਜ਼ਾਮ ਦੇ ਵਿੱਚ, ਬਟ ਇੱਕ ਵਾਰ ਜ਼ਰੂਰ ਰੀਡ ਕਰ ਲੈਣਾ, ਕਈ ਵਾਰ ਆ ਜਾਂਦੇ ਹੁੰਦੇ ਨੇ। ਨੈਕਸਟ ਹੈ, ਕਿਉਂਕਿ ਤੁਹਾਨੂੰ ਸ਼ਾਰਟ ਕੁਐਸਚਨਾਂ 'ਚ ਫਿਰ ਕੋਈ ਚੁਆਇਸ ਵੀ ਨਹੀਂ ਹੈਗੀ। ਜਾਤੀ ਪ੍ਰਥਾ ਵਿੱਚ 2 ਪਰਿਵਰਤਨ, ਬ੍ਰਾਹਮਣਾਂ ਦੀ ਪ੍ਰਤਿਸ਼ਠਾ ਵਿੱਚ ਗਿਰਾਵਟ ਆ ਗਈ, ਜਾਤ ਦੇ ਪਦਕਰਮ ਦੇ ਵਿੱਚ ਪਰਿਵਰਤਨ ਆ ਗਏ, ਠੀਕ ਹੈ। ਅੱਗੇ ਹੈ ਜਾਤ ਪਾਤ ਦੀਆਂ ਪ੍ਰਥਾ ਦੇ ਵਿਸ਼ੇਸ਼ਤਾਵਾਂ ਆਪਾਂ ਨੇ ਕਰੇ ਲਿਆ, ਠੀਕ ਹੈ, ਉਹੀ ਆ ਜੂਗਾ ਇਹਦੇ ਵਿੱਚ। ਕੱਚਾ ਭੋਜਨ ਤੇ ਪੱਕਾ ਭੋਜਨ 2 ਸ਼੍ਰੇਣੀਆਂ ਵਿੱਚ ਵੰਡਿਆ ਗਿਆ, ਠੀਕ ਹੈ। ਹਾਂਜੀ, ਕੱਚਾ ਭੋਜਨ ਉਹ ਜਿਸ ਨੂੰ ਬਣਾਉਣ ਦੇ ਵਿੱਚ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ, ਪੱਕਾ ਭੋਜਨ ਉਹ ਜਿਸ ਨੂੰ ਬਣਾਉਣ ਲਈ ਘਿਓ ਦੀ ਵਰਤੋਂ ਹੁੰਦੀ ਹੈ। ਅੱਗੇ ਹੈ ਜਾਤ ਪ੍ਰਥਾ ਦੇ ਗੁਣ ਜਿਹਦੇ ਕਾਰਜ। ਹਾਂਜੀ, ਜਾਤ ਵਿਅਕਤੀ ਨੂੰ ਸੁਰੱਖਿਆ, ਸਮਾਜਿਕ ਸੁਰੱਖਿਆ ਪ੍ਰਦਾਨ ਕਰਦੀ ਹੈ, ਜਾਤ ਵਿਅਕਤੀ ਦੇ ਕੰਮ ਨੂੰ ਨਿਰਧਾਰਿਤ ਕਰਦੀ ਹੈ, ਜਾਤ ਰਕਤ ਦੀ ਸ਼ੁੱਧਤਾ ਬਣਾਈ ਰੱਖਦੀ ਹੈ, ਜਾਤ ਕਿਰਤ ਵੰਡ ਦੇ ਵਿੱਚ ਮਦਦ ਕਰਦੀ ਹੈ, ਜਾਤ ਸਮਾਜਿਕ ਏਕਤਾ ਨੂੰ ਬਣਾ ਕੇ ਰੱਖਦੀ ਹੈ, ਜਾਤ ਵਿਅਕਤੀ ਨੂੰ ਮਾਨਸਿਕ ਸੁਰੱਖਿਆ ਪ੍ਰਦਾਨ ਕਰਦੀ ਹੈ, ਜਾਤ ਜਿਹੜੇ ਕਿ ਸੰਸਕ੍ਰਿਤੀ ਦੀ ਵਾਹਕ ਹੁੰਦੀ ਹੈ, ਤੇ ਜਾਤ ਨੇ ਹਿੰਦੂ ਸਮਾਜ ਦੀ ਸੁਰੱਖਿਆ ਕੀਤੀ ਹੈ। ਅੱਗੇ ਹੈ ਜਾਤ ਪ੍ਰਥਾ ਦੇ ਔਗਣ, ਇਹਨੂੰ ਇੱਕ ਵਾਰ ਰੀਡ ਕਰ ਲੈਣਾ, ਠੀਕ ਹੈ। ਔਗਣ ਕਿਹੜੇ ਕਿਹੜੇ ਨੇ? ਛੂਤ-ਛਾਤ ਵਾਧਾ, ਜਾਤੀ ਪ੍ਰਥਾ ਨੂੰ ਜਾਤਵਾਦ ਨੂੰ ਪ੍ਰੋਤਸਾਹਨ ਮਿਲਦਾ, ਸੰਸਕ੍ਰਿਤੀ ਸੰਘਰਸ਼ ਵਾਧਾ, ਇਹਦੇ ਨਾਲ ਕਾਰਜਕੁਸ਼ਲਤਾ ਵਿੱਚ ਰੁਕਾਵਟ ਪੈਦਾ ਹੁੰਦੀ ਹੈ, ਠੀਕ ਹੈ। ਪਰਿਵਰਤਨ ਲਿਆਉਣ ਵਾਲੇ ਕਾਰਕ, ਤੇ ਜਾਤ ਪ੍ਰਥਾ ਵਿੱਚ ਆਏ ਪਰਿਵਰਤਨ, ਛੂਤ-ਛਾਤ ਤੇ ਭੇਦਭਾਵ ਦਾ ਖਾਤਮਾ, ਸਮਾਜ ਦੇ ਪਦਕਰਮ ਦੇ ਵਿੱਚ ਪਰਿਵਰਤਨ, ਖਾਣ ਪੀਣ ਸੰਬੰਧੀ ਪਾਬੰਦੀਆਂ ਦਾ ਖਾਤਮਾ, ਬ੍ਰਾਹਮਣਾਂ ਦੀ ਉੱਚੀ ਸਥਿਤੀ ਦਾ ਗਿਰਨਾ, ਕਿੱਤੇ ਦੀ ਚੋਣ ਸੰਬੰਧੀ ਆਜ਼ਾਦੀ, ਔਰਤਾਂ ਦੀ ਸਥਿਤੀ ਵਿੱਚ ਪਰਿਵਰਤਨ। ਅੱਗੇ ਹੈ ਭਾਰਤ ਵਿੱਚ ਵਰਗ ਵਿਵਸਥਾ। ਹਾਂਜੀ, ਵਰਗ ਵਿਵਸਥਾ ਅਜਿਹੇ ਵਿਅਕਤੀਆਂ ਦਾ ਸਮੂਹ ਹੈ ਜਿਹੜੇ ਇੱਕ ਦੂਜੇ ਨੂੰ ਸਮਾਨ ਸਮਝਦੇ ਨੇ, ਤੇ ਹਰ ਇੱਕ ਵਰਗ ਦੀ ਸਥਿਤੀ ਸਮਾਜ ਦੇ ਵਿੱਚ ਆਪਣੀ ਹੁੰਦੀ ਹੈ, ਜਿਹਦੇ ਅਨੁਸਾਰ ਸ਼੍ਰੇਣੀ ਦੇ ਹਰ ਮੈਂਬਰ ਨੂੰ ਕੁਝ ਵਿਸ਼ੇਸ਼ ਜ਼ਿੰਮੇਵਾਰੀਆਂ, ਅਧਿਕਾਰ ਤੇ ਸ਼ਕਤੀਆਂ ਪ੍ਰਾਪਤ ਹੁੰਦੀਆਂ ਨੇ। ਵਰਗ ਚੇਤਨਤਾ ਹੀ ਵਰਗ ਦੀ ਮੁੱਖ ਜ਼ਰੂਰਤ ਹੁੰਦੀ ਹੈ, ਤੇ ਵਰਗ ਦੇ ਵਿੱਚ ਵਿਅਕਤੀ ਆਪਣੇ ਆਪ ਨੂੰ ਕੁਝ ਹੋਰ ਮੈਂਬਰਾਂ ਨਾਲੋਂ ਉੱਚਾ ਨੀਵਾਂ ਸਮਝਦਾ। ਅੱਗੇ ਖੁੱਲ੍ਹਾਪਣ ਕੀ ਹੈ ਵਰਗ ਵਿਵਸਥਾ? ਹਾਂਜੀ, ਵਰਗ ਵਿਵਸਥਾ ਦੇ ਵਿੱਚ ਵਿਅਕਤੀ ਆਪਣੀ ਯੋਗਤਾ ਦੇ ਆਧਾਰ ਤੇ, ਠੀਕ ਹੈ, ਨੀਵੀਂ ਤੋਂ ਉੱਚੀ ਜਾਤੀ ਵੱਲ ਪਰਿਵਰਤਿਤ ਕਰ ਸਕਦਾ, ਤੇ ਗਰੀਬ ਤੋਂ ਅਮੀਰ, ਨੀਵੀਂ ਪਦਵੀ ਤੋਂ ਉੱਚੀ ਪਦਵੀ ਤੱਕ ਆਦਿ। ਖੁੱਲ੍ਹੇਪਨ ਤੋਂ ਭਾਵ ਵਿਅਕਤੀ ਨੂੰ ਬਰਾਬਰ ਅਵਸਰ ਜਾਂ ਮੌਕੇ ਪ੍ਰਾਪਤ ਹੋਣਾ, ਤੇ ਉਹ ਪੂਰੀ ਤਰ੍ਹਾਂ ਆਪਣੀ ਯੋਗਤਾ ਦਾ ਇਸਤੇਮਾਲ ਕਰ ਸਕਦਾ। ਧਨ ਅਤੇ ਆਮਦਨ ਵਰਗ ਵਿਵਸਥਾ ਦੇ ਜਿਹੜੇ ਕਿ ਨਿਰਧਾਰਨ, ਇਹਨੂੰ ਰੀਡ ਕਰ ਲੈਣਾ। ਦੈਨ ਉਸ ਤੋਂ ਬਾਅਦ ਜਾਤ ਤੇ ਵਰਗ ਦੇ ਵਿੱਚ 2 ਅੰਤਰ। ਹਾਂਜੀ, ਜਾਤੀ ਪ੍ਰਥਾ ਦੇ ਵਿੱਚ ਵਿਅਕਤੀ ਦੀ ਮੈਂਬਰਸ਼ਿਪ ਜਨਮ ਉੱਪਰ ਆਧਾਰਿਤ ਹੁੰਦੀ ਹੈ, ਤੇ ਵਰਗ ਵਿਵਸਥਾ ਦੇ ਵਿੱਚ ਮੈਂਬਰਸ਼ਿਪ ਵਿਅਕਤੀ ਦੀ ਯੋਗਤਾ ਉੱਪਰ ਆਧਾਰਿਤ ਹੁੰਦੀ ਹੈ। ਤੇ ਜਾਤੀ ਪ੍ਰਥਾ ਵਿਅਕਤੀ ਦਾ ਕਿੱਤਾ ਜਨਮ ਤੋਂ ਹੀ ਨਿਸ਼ਚਿਤ ਹੁੰਦਾ, ਤੇ ਵਰਗ ਵਿਵਸਥਾ ਵਿੱਚ ਵਿਅਕਤੀ ਆਪਣੀ ਇੱਛਾ ਅਨੁਸਾਰ ਕੋਈ ਵੀ ਕਿੱਤਾ ਅਪਣਾ ਸਕਦਾ। ਤੇ ਨੈਕਸਟ ਅੱਗੇ ਜਾਤ ਬੰਦ ਸਤਰੀਕਰਨ, ਠੀਕ ਹੈ, ਇਹਨਾਂ ਨੂੰ ਇੱਕ ਵਾਰ ਰੀਡ ਕਰ ਲੈਣਾ। ਵਰਗ ਦੀ ਵੰਡ ਦੇ ਆਧਾਰ ਪਰਿਵਾਰ ਤੇ ਨਾਤੇਦਾਰੀ, ਸੰਪੱਤੀ ਤੇ ਪੈਸਾ, ਕਿੱਤਾ, ਰਹਿਣ ਸਹਿਣ ਦੇ ਸਥਾਨ ਦੀ ਦਿਸ਼ਾ, ਸਿੱਖਿਆ, ਸ਼ਕਤੀ, ਧਰਮ, ਨਸਲ, ਜਾਤ, ਸਥਿਤੀ ਚਿੰਨ੍ਹ। ਜਾਤ ਤੇ ਵਰਗ ਦੇ ਵਿੱਚ ਅੰਤਰ। ਜਾਤ ਜਨਮ ਉੱਤੇ ਆਧਾਰਿਤ ਹੁੰਦੇ ਆ, ਬਟ ਵਰਗ ਦਾ ਆਧਾਰ ਕਰਮ ਹੁੰਦਾ, ਠੀਕ ਹੈ।
ਤੇ ਜਾਤ ਦਾ ਕਿੱਤਾ ਨਿਸ਼ਚਿਤ ਹੁੰਦਾ ਬਟ ਵਰਗ ਦਾ ਨਹੀਂ। ਤੇ ਜਾਤ ਮੈਂਬਰਸ਼ਿਪ ਪ੍ਰਦੱਤ ਹੁੰਦੀ ਹੈ ਬਟ ਵਰਗ ਦੀ ਮੈਂਬਰਸ਼ਿਪ ਅਰਜਿਤ ਹੁੰਦੀ ਹੈ। ਜਾਤ ਬੰਦ ਵਿਵਸਥਾ ਪਰ ਵਰਗ ਖੁੱਲੀ ਵਿਵਸਥਾ। ਜਾਤ ਵਿੱਚ ਕਈ ਪਾਬੰਦੀਆਂ ਹੁੰਦੀਆਂ ਨੇ ਪਰ ਵਰਗ ਦੇ ਵਿੱਚ ਨਹੀਂ। ਜਾਤ ਵਿੱਚ ਚੇਤਨਤਾ ਨਹੀਂ ਹੁੰਦੀ ਬਟ ਵਰਗ ਦੇ ਵਿੱਚ ਚੇਤਨਤਾ ਹੁੰਦੀ ਹੈ। ਅੱਗੇ ਸਮਾਜਿਕ ਵਿਭੇਦੀਕਰਨ। ਹਾਂਜੀ, ਸਮਾਜਿਕ ਵਿਭੇਦੀਕਰਨ ਕੀ ਹੈ? ਸਮਾਜਿਕ ਸਮੂਹਾਂ ਤੇ ਵਿਅਕਤੀਗਤ ਭਿੰਨਤਾ ਦੇ ਆਧਾਰ ਉੱਤੇ ਸਮਾਜ ਜਾਂ ਸਮਾਜ ਦੇ ਵਿਭਿੰਨ ਆਧਾਰਾਂ ਉੱਤੇ ਕਈ ਸਮੂਹਾਂ ਵਿੱਚ ਵੰਡੇ ਜਾਣ ਦੀ ਪ੍ਰਕਿਰਿਆ ਨੂੰ ਵਿਭੇਦੀਕਰਨ ਦੀ ਪ੍ਰਕਿਰਿਆ ਕਹਿੰਦੇ ਨੇ। ਤੇ ਅੱਡ-ਅੱਡ ਸਮੂਹਾਂ ਦੇ ਵਿੱਚ ਉੱਚਤਾ ਤੇ ਨਿਮਨਤਾ ਦੀ ਭਾਵਨਾ ਪਾਈ ਜਾਂਦੀ ਹੈ। ਤੇ ਪ੍ਰਾਚੀਨ ਸਮਾਜ ਦੇ ਵਿੱਚ ਉਮਰ ਤੇ ਲਿੰਗ ਦੇ ਆਧਾਰ ਉੱਤੇ ਭਿੰਨਤਾ ਪਾਈ ਜਾਂਦੀ ਹੈ। ਤੇ ਸਮਾਜ ਨੂੰ ਅੱਡ-ਅੱਡ ਆਧਾਰਾਂ ਉੱਤੇ ਅੱਡ-ਅੱਡ ਸਮੂਹਾਂ ਵਿੱਚ ਵੰਡੇ ਜਾਣ ਦੀ ਪ੍ਰਕਿਰਿਆ ਨੂੰ ਜਿਹੜੇ ਕਿ ਵਿਭੇਦੀਕਰਨ ਦੀ ਪ੍ਰਕਿਰਿਆ ਕਹਿੰਦੇ ਨੇ। ਅੱਗੇ ਸਮਾਜਿਕ ਵਿਭੇਦੀਕਰਨ ਦੀਆਂ ਵਿਸ਼ੇਸ਼ਤਾਵਾਂ। ਇਹ ਇੱਕ ਸਰਵ ਵਿਆਪਕ ਪ੍ਰਕਿਰਿਆ ਤੇ ਹਰੇਕ ਸਮਾਜ ਦੇ ਵਿੱਚ ਉਮਰ, ਯੋਗਤਾ ਤੇ ਬੌਧਿਕਤਾ ਪੱਖੋਂ ਅੱਡ-ਅੱਡ ਹੁੰਦੇ ਨੇ ਤੇ ਇਸੇ ਕਰਕੇ ਇਹ ਸਰਵ ਵਿਆਪਕ ਪ੍ਰਕਿਰਿਆ। ਤੇ ਵਿਭੇਦੀਕਰਨ ਦੀ ਪ੍ਰਕਿਰਿਆ ਸਿਰਫ ਉਹਨਾਂ ਆਧਾਰਾਂ ਉੱਤੇ ਹੁੰਦੀ ਹੈ ਜਿਨ੍ਹਾਂ ਨੂੰ ਸਪਸ਼ਟ ਰੂਪ ਵਿੱਚ ਵੇਖਿਆ ਨਹੀਂ ਜਾ ਸਕਦਾ। ਤੇ ਸਮਾਜਿਕ ਵਿਭੇਦੀਕਰਨ ਦੀ ਪ੍ਰਕਿਰਿਆ ਸੁਭਾਵਿਕ ਹੁੰਦੀ ਹੈ ਕਿਉਂਕਿ ਹਰੇਕ ਵਿਅਕਤੀ ਵਿੱਚ ਪੈਸੇ, ਲਿੰਗ, ਸਿੱਖਿਆ ਦੇ ਆਧਾਰ ਉੱਤੇ ਭਿੰਨਤਾ ਪਾਈ ਜਾਂਦੀ ਹੈ। ਅੱਗੇ ਸਮਾਜਿਕ ਸਤਰੀਕਰਨ ਦੇ ਵਿਭੇਦੀਕਰਨ ਦੇ ਵਿੱਚ ਅੰਤਰ ਨੂੰ ਇੱਕ ਵਾਰ ਰੀਡ ਕਰ ਲੈਣਾ, ਵੈਸੇ ਤਾਂ ਲੌਂਗ ਕੁਐਸਚਨਾਂ 'ਚੋਂ ਆ ਜਾਣੇ ਨੇ। ਅੱਗੇ ਵਿਆਹ। ਹਾਂਜੀ, ਅੰਤਰੀ ਵਿਆਹ ਕੀ ਹੁੰਦਾ ਜਾਂ ਸਜਾਤੀ ਵਿਆਹ। ਅੰਤਰੀ ਵਿਆਹ ਦੇ ਨਿਯਮ ਅਨੁਸਾਰ ਹਰ ਇੱਕ ਹਿੰਦੂ ਨੂੰ ਆਪਣੀ ਜਾਤ ਜਾਂ ਉਪਜਾਤ ਵਿੱਚ ਹੀ ਵਿਆਹ ਕਰਵਾਉਣਾ ਪੈਂਦਾ ਸੀ। ਤੇ ਸਮਾਜ ਕਈ ਜਾਤਾਂ ਵਿੱਚ ਅੱਗੋਂ ਕਈ ਉਪਜਾਤਾਂ ਵਿੱਚ ਵੰਡਿਆ ਜਾਂਦਾ ਸੀ ਤੇ ਜਾਤ ਜਾਂ ਉਪਜਾਤ ਤੋਂ ਬਾਹਰ ਵਿਆਹ ਕਰਵਾਉਣ ਤੇ ਪਾਬੰਦੀ ਸੀ। ਅੱਗੇ ਹੈ ਬਾਹਰੀ ਵਿਆਹ ਜਾਂ ਗੋਤੋਂ ਬਾਹਰ ਵਿਆਹ। ਗੋਤੋਂ ਬਾਹਰ ਵਿਆਹ। ਬਾਹਰੀ ਵਿਆਹ ਦੇ ਨਿਯਮ ਦੇ ਅਨੁਸਾਰ ਵਿਅਕਤੀ ਆਪਣੀ ਸਮੂਹ ਤੋਂ ਬਾਹਰ ਹੀ ਵਿਆਹੁਤਾ ਸੰਬੰਧ ਸਥਾਪਿਤ ਕਰ ਸਕਦਾ ਸੀ। ਠੀਕ ਹੈ। ਤੇ ਇਸ ਨਿਯਮ ਦੇ ਵਿੱਚ ਚੋਣ ਖੇਤਰ ਕਈ ਵਾਰੀ ਬਹੁਤ ਸੀਮਿਤ ਹੋ ਜਾਂਦਾ ਕਿਉਂਕਿ ਪਿਤਾ ਵੱਲੋਂ 7 ਅਤੇ ਮਾਂ ਵੱਲੋਂ 5 ਪੀੜ੍ਹੀਆਂ ਤੱਕ ਵਿਆਹ ਕਰਵਾਉਣ ਦੀ ਇਜਾਜ਼ਤ ਨਹੀਂ ਸੀ। ਤਾਂ ਇਹ ਨਿਯਮ ਅੰਤਰੀ ਵਿਆਹ ਦੇ ਨਿਯਮ ਦੇ ਬਿਲਕੁਲ ਉਲਟ ਸੀ। ਗੋਤੋਂ ਵਿਆਹ ਭਾਵ ਕਿ ਪਿਤਾ ਜਿਹੜੇ ਕਿ ਮਾਂ ਦੇ 5 ਪੀੜ੍ਹੀਆਂ ਤੱਕ ਗੋਤ ਆ ਜਿਹੜੇ ਕਿ ਉਹਦੇ ਵਿਆਹ ਨਹੀਂ ਹੁੰਦਾ ਤੇ ਪਿਤਾ ਵੱਲੋਂ 7। ਠੀਕ ਹੈ, ਇਹ ਗੋਤ ਪਰਖੇ ਜਾਂਦੇ ਸੀ। ਅੱਗੇ ਹੈਗਾ ਆਧੁਨਿਕ ਸਮਾਜ ਵਿੱਚ ਵਿਆਹ ਦੀ ਸੰਸਥਾ ਵਿੱਚ ਕਿਹੜੇ ਪਰਿਵਰਤਨ ਆ ਗਏ। ਸਮਾਜਿਕ ਤੇ ਧਾਰਮਿਕ ਕੰਮਾਂ ਦੇ ਵਿੱਚ ਪਰਿਵਰਤਨ ਆ ਗਏ। ਠੀਕ ਹੈ, ਕੁੜੀਆਂ ਪੜ੍ਹੀਆਂ ਲਿਖੀਆਂ ਹੋ ਗਈਆਂ, ਨੌਕਰੀ ਮਹੱਤਵਪੂਰਨ ਇਹਦੇ ਕਰਕੇ ਉਦਯੋਗੀਕਰਨ ਕਰਕੇ ਵਿਆਹ ਕਰਨਾ ਬਹੁਤ ਜ਼ਰੂਰੀ ਨਹੀਂ। ਠੀਕ ਹੈ। ਤੇ ਅੱਗੇ ਹੈ ਤੇ ਬਹੁਪਤੀ ਵਿਆਹ ਦੇ ਕੋਈ 2 ਲਾਭ। ਇਹ ਤਾਂ ਆਮ ਜੇ ਪੁਆਇੰਟ ਨੇ। ਠੀਕ ਹੈ, ਤੁਸੀਂ ਲੌਂਗ ਕੁਐਸਚਨ ਰੀਡ ਕਰੋਗੇ ਉਹਦੇ ਵਿੱਚੋਂ ਹੋ ਜਾਣੇ ਨੇ। ਤੇ ਵਿਆਹ ਦੀ ਸੰਸਥਾ ਦੇ 2 ਜ਼ਰੂਰਤਾਂ। ਠੀਕ ਹੈ, ਕਿਉਂ ਵਿਆਹ ਜ਼ਰੂਰੀ ਹੈ। ਤੇ ਇੱਕ ਵਿਆਹ ਕੀ ਹੁੰਦਾ ਜਿਹਦੇ ਵਿੱਚ ਇੱਕ ਵਿਆਹ ਦੇ ਵਿੱਚ ਇੱਕ ਆਦਮੀ ਅਤੇ ਔਰਤ, ਇੱਕ ਹੀ ਇਸਤਰੀ ਤੇ ਇੱਕ ਹੀ ਮਰਦ ਨਾਲ ਵਿਆਹ ਕਰਵਾਉਂਦੇ ਨੇ ਤੇ ਦੋਨਾਂ ਦੇ ਜੀਵਤ ਰਹਿਣ ਦੀ ਅਵਸਥਾ ਤੱਕ ਦੂਸਰਾ ਵਿਆਹ ਨਹੀਂ ਹੋ ਸਕਦਾ। ਤੇ ਹਿੰਦੂ ਵਿਆਹ ਐਕਟ 1955 ਦੇ ਰਾਹੀਂ ਬਹੁ ਵਿਆਹ ਨੂੰ ਜਿਹੜੇ ਕਿ ਸਮਾਪਤ ਕੀਤਾ ਗਿਆ ਤੇ ਇੱਕ ਵਿਆਹ ਦੀ ਪ੍ਰਵਾਨਗੀ ਦਿੱਤੀ ਗਈ ਹੈ। ਤੇ ਕਿਸੇ ਦੇ ਮਰ ਜਾਣ ਤੇ ਜਾਂ ਤਲਾਕ ਹੋਣ ਦੀ ਸੂਰਤ ਹੀ 'ਚ ਦੂਜਾ ਵਿਆਹ ਕਰਵਾਇਆ ਜਾ ਸਕਦਾ। ਭਰਾਤਰੀ ਵਿਆਹ ਕੀ ਹੁੰਦਾ? ਭਰਾਤਰੀ ਵਿਆਹ ਦੇ ਵਿੱਚ ਇਸਤਰੀ ਦੇ ਸਾਰੇ ਪਤੀ ਸਕੇ ਭਰਾ ਹੁੰਦੇ ਨੇ ਤੇ ਵੱਡਾ ਭਰਾ ਇੱਕ ਇਸਤਰੀ ਨਾਲ ਵਿਆਹ ਕਰਵਾਉਂਦਾ ਸੀ ਤੇ ਬਾਕੀ ਸਾਰੇ ਭਰਾ ਉਸ ਦੇ ਨਾਲ ਜਿਹੜੇ ਕਿ ਆਪਣੇ ਸੰਬੰਧ ਰੱਖਦੇ ਸੀ ਤੇ ਬੱਚਿਆਂ ਦਾ ਪਿਤਾ ਵੱਡੇ ਭਰਾ ਨੂੰ ਇਹ ਸਮਝਿਆ ਜਾਂਦਾ ਸੀ। ਤੇ ਇਹ ਪ੍ਰਥਾ ਅਸਾਮ, ਸਿੱਕਮ, ਲੱਦਾਖ ਦੇ ਵਿੱਚ ਪਾਈ ਜਾਂਦੀ ਹੈ। ਤੇ ਗੈਰ ਭਰਾਤਰੀ ਵਿਆਹ ਬਹੁਪਤੀ ਵਿਆਹ ਦੇ ਵਿੱਚ ਇਸਤਰੀ ਦੇ ਸਾਰੇ ਪਤੀ ਸਕੇ ਭਰਾ ਨਹੀਂ ਹੁੰਦੇ ਬਲਕਿ ਅਲੱਗ-ਅਲੱਗ ਸਥਾਨਾਂ ਤੇ ਰਹਿੰਦੇ ਨੇ ਤੇ ਇਸਤਰੀ ਕੁਝ ਸਮੇਂ ਤੱਕ ਉਹ ਪਤੀ ਕੋਲ ਤੇ ਦੂਜੇ ਤੀਜੇ ਕੋਲ ਰਹਿੰਦੀ ਹੈ। ਠੀਕ ਹੈ। ਤੇ ਅਗਲਾ ਹੈ ਔਰਤ ਦੀ ਆਰਥਿਕ ਅਵਸਥਾ ਵਿੱਚ ਪਰਿਵਰਤਨ ਆਉਣ ਦੇ ਨਾਲ ਵਿਆਹ ਦੀ ਸੰਸਥਾ ਵਿੱਚ ਕਿਹੜੇ ਪਰਿਵਰਤਨ ਆਏ ਤੇ ਆਮ ਕੁਐਸਚਨ ਆ। ਠੀਕ ਹੈ, ਰੀਡ ਕਰ ਲੈਣਾ। ਅੱਗੇ ਵਿਆਹ ਦੀ ਪਰਿਭਾਸ਼ਾ ਦੇਣੀ ਆ। ਹਾਂਜੀ, ਵਿਆਹ ਦੁਆਰਾ ਆਦਮੀ ਔਰਤ ਦੇ ਲਿੰਗਿਕ ਸੰਬੰਧਾਂ ਨੂੰ ਪ੍ਰਵਾਨ ਕੀਤਾ ਜਾਂਦਾ ਜੋ ਕਿ ਇੱਕ ਜੀਵ ਵਿਗਿਆਨਿਕ ਭੁੱਖ ਹੈ। ਤੇ ਬੋਗਾਰਟਸ ਦੇ ਅਨੁਸਾਰ ਵਿਆਹ ਆਦਮੀ ਤੇ ਔਰਤ ਨੂੰ ਪਰਿਵਾਰਿਕ ਜੀਵਨ ਦੇ ਵਿੱਚ ਪ੍ਰਵੇਸ਼ ਕਰਵਾਉਣ ਦੀ ਇੱਕ ਸੰਸਥਾ। ਤੇ ਵਿਆਹ ਦਾ ਅਰਥ ਕੇਵਲ ਸਿਰਫ ਸੰਬੰਧਾਂ ਦੀ ਪੂਰਤੀ ਨਹੀਂ ਬਲਕਿ ਸਮਾਜਿਕ ਨਵੀਂ ਸੰਸਕ੍ਰਿਤੀ ਵੀ ਹੁੰਦੀ ਹੈ ਤੇ ਕਾਨੂੰਨੀ ਤੌਰ ਤੇ ਸਵੀਕਾਰਿਆ ਜਾਂਦਾ। ਤੇ ਬਿਨਾਂ ਵਿਆਹ ਦੇ ਪੈਦਾ ਹੋਈ ਸੰਤਾਨ ਨੂੰ ਜਿਹੜੇ ਕਿ ਨਾਜਾਇਜ਼ ਕਿਹਾ ਜਾਂਦਾ। ਅਤੇ ਵਿਆਹ ਸਭ ਸਮਾਜ ਦੇ ਵਿੱਚ ਪਾਈ ਜਾਣ ਵਾਲੀ ਜ਼ਰੂਰੀ ਵਿਸ਼ੇਸ਼ਤਾ ਹੁੰਦੀ ਹੈ। ਇਹਦੇ ਨਾਲ ਸਮਾਜ ਦੇ ਵਿੱਚ ਨਿਰੰਤਰਤਾ ਕਾਇਮ ਰਹਿੰਦੀ ਹੈ। ਬਹੁਪਤਨੀ ਵਿਆਹ, ਇਹਦੇ ਵਿੱਚ ਵਿਆਹ ਦੇ ਵਿੱਚ ਵਿਅਕਤੀ ਇੱਕ ਤੋਂ ਜ਼ਿਆਦਾ ਔਰਤਾਂ ਨਾਲ ਵਿਆਹ ਕਰਵਾਉਂਦਾ। ਨੈਕਸਟ ਹੈਗਾ ਕੁਐਸਚਨ ਅਨੁਲੋਮ ਵਿਆਹ। ਅਨੁਲੋਮ ਹਿੰਦੂ ਵਿਆਹ ਦਾ ਇੱਕ ਨਿਯਮ ਹੈ ਜਿਸ ਅਨੁਸਾਰ ਉੱਚੀ ਜਾਤ ਦੇ ਪੁਰਸ਼ ਆਪਣੇ ਤੋਂ ਨੀਵੀਂ ਜਾਤ ਦੀਆਂ ਲੜਕੀਆਂ ਨਾਲ ਵਿਆਹ ਕਰਵਾਉਂਦੇ ਨੇ। ਠੀਕ ਹੈ, ਉਦਾਹਰਨ ਦੇ ਤੌਰ ਤੇ ਬ੍ਰਾਹਮਣ ਕਸ਼ੱਤਰੀ ਜਿਹੜੇ ਕਿ ਵੈਸ਼ ਤੇ ਹੇਠਲੀ ਜਾਤੀ ਲੜਕੀ ਨਾਲ ਵਿਆਹ ਕਰਵਾ ਸਕਦਾ ਸੀ। ਤੇ ਇਹਦਾ ਮੁੱਖ ਕਾਰਨ ਨੀਵੀਆਂ ਜਾਤਾਂ ਦੇ ਲੋਕਾਂ ਵੱਲੋਂ ਉੱਚੀਆਂ ਜਾਤਾਂ ਦੇ ਵਿੱਚ ਵਿਆਹ ਕਰਵਾਉਣਾ ਇੱਜ਼ਤ ਦਾ ਕੰਮ ਸਮਝਿਆ ਜਾਂਦਾ ਸੀ। ਅੱਗੇ ਹੈ ਪ੍ਰਤੀਲੋਮ ਜਿਹਦੇ ਵਿੱਚ ਨੀਵੀਆਂ ਜਾਤਾਂ
ਦੇ ਮਰਦ ਉੱਚੀਆਂ ਜਾਤਾਂ ਦੀਆਂ ਔਰਤਾਂ ਨਾਲ ਵਿਆਹ ਕਰਵਾਉਂਦੇ ਨੇ, ਭਾਵ ਕਿ ਮਰਦ ਇਹਦੇ ਵਿੱਚ ਨੀਵੀਆਂ ਜਾਤਾਂ ਦੇ ਹੁੰਦੇ ਨੇ ਤੇ ਔਰਤਾਂ ਉੱਚੀ ਜਾਤੀ ਦੀਆਂ ਹੁੰਦੀਆਂ ਨੇ ਪ੍ਰਤੀਲੋਮ ਦੇ ਵਿੱਚ, ਤੇ ਅਨੁਲੋਮ ਦੇ ਵਿੱਚ ਮਰਦ ਉੱਚੀ ਜਾਤ ਦਾ ਤੇ ਔਰਤ ਨੀਵੀਂ ਜਾਤ ਦੀ। ਠੀਕ ਹੈ, ਅੱਗੇ ਹੈਗਾ ਬਹੁਪਤੀ ਵਿਆਹ। ਇਹਦੇ ਵਿੱਚ ਇੱਕ ਔਰਤ ਅਨੇਕਾਂ ਆਦਮੀਆਂ ਨਾਲ ਵਿਆਹ ਕਰਵਾਉਂਦੀ ਹੈ ਤੇ ਇੱਕ ਹੀ ਸਮੇਂ ਦੇ ਵਿੱਚ ਉਹਨਾਂ ਸਾਰਿਆਂ ਦੀ ਪਤਨੀ ਹੁੰਦੀ। ਅੱਗੇ ਹੈਗਾ ਪਰਿਵਾਰ। ਪਰਿਵਾਰ ਸ਼ਬਦ ਆ ਜਿਹੜੇ ਕਿ ਰੋਮਨ ਸ਼ਬਦ ਫੈਮੂਲਸ ਤੋਂ ਲਿਆ ਗਿਆ, ਜਿਹਦਾ ਅਰਥ ਹੈਗਾ ਨੌਕਰ, ਮਾਲਿਕ ਤੇ ਉਹ ਮੈਂਬਰ ਸ਼ਾਮਿਲ ਹੁੰਦੇ ਨੇ ਜਿਹੜੇ ਰਕਤ ਸੰਬੰਧ ਤੇ ਵਿਆਹ ਸੰਬੰਧ ਦੇ ਵਿੱਚ ਸੰਬੰਧਿਤ ਹੁੰਦੇ ਨੇ। ਤੇ ਪਰਿਵਾਰ ਦਾ ਆਧਾਰ ਸਰੀਰਕ, ਮਾਨਸਿਕ ਤੇ ਆਰਥਿਕ ਜ਼ਰੂਰਤਾਂ ਦਾ ਹੁੰਦਾ, ਤੇ ਇਹ ਇੱਕ ਸਭਾ ਵੀ ਹੈ ਤੇ ਸੰਸਥਾ ਵੀ। ਇੱਕ ਪਤੀ ਪਤਨੀ, ਬੱਚੇ ਤੇ ਨਜ਼ਦੀਕੀ ਰਿਸ਼ਤੇਦਾਰਾਂ ਦਾ ਇੱਕ ਸੰਗਠਨ ਹੁੰਦਾ ਜਿਹਦੇ ਵਿੱਚ ਇਸਤਰੀ ਪੁਰਸ਼ ਦੇ ਜਿਹੜੇ ਕਿ ਸੰਬੰਧਾਂ ਨੂੰ ਮਨਜ਼ੂਰੀ ਹੁੰਦੀ ਹੈ। ਅੱਗੇ ਹੈ ਪਰਿਵਾਰ ਦੇ ਜੀਵ ਵਿਗਿਆਨਿਕ ਕੰਮ। ਠੀਕ ਹੈ, ਹਾਂਜੀ, ਪਰਿਵਾਰ ਦੇ ਕੰਮ। ਪਰਿਵਾਰ ਦਾ ਸਭ ਤੋਂ ਮਹੱਤਵਪੂਰਨ ਕੰਮ ਸੰਤਾਨ ਪੈਦਾ ਕਰਨਾ, ਜਿਹਨੂੰ ਸਮਾਜ ਪ੍ਰਵਾਨ ਕਰਦਾ। ਤੇ ਪਰਿਵਾਰ ਆਪਣੇ ਮੈਂਬਰਾਂ ਦੇ ਲਈ ਭੋਜਨ, ਕੱਪੜੇ ਦਾ ਇੰਤਜ਼ਾਮ ਕਰਦਾ, ਲੋਕਾਂ ਦੀ ਬਿਮਾਰੀ, ਬੁਢਾਪੇ ਦੇ ਸੁਰੱਖਿਆ ਦਾ ਪ੍ਰਬੰਧ ਵੀ ਪਰਿਵਾਰ ਕਰਦਾ, ਦੇਖਭਾਲ ਕਰਦਾ। ਪਰਿਵਾਰ ਦਾ ਜ਼ਰੂਰੀ ਕੰਮ ਬੱਚੇ ਨੂੰ ਜਿਉਂਦਾ ਰੱਖਣਾ ਤੇ ਉਹਦੀ ਦੇਖਭਾਲ ਕਰਨਾ। ਠੀਕ ਹੈ, ਤੇ ਪੂਰਨ ਵਿਕਾਸ ਕਰਨਾ। ਪਰਿਵਾਰ ਵਿਅਕਤੀ ਦੀਆਂ ਮੂਲ ਪ੍ਰਵਿਰਤੀਆਂ ਤੇ ਭਾਵਨਾਵਾਂ ਨੂੰ ਸੰਤੁਸ਼ਟ ਕਰਦਾ। ਪਰਿਵਾਰ ਦੁਆਰਾ ਸਮਾਜੀਕਰਨ। ਹਾਂਜੀ, ਪਰਿਵਾਰ ਦੇ ਵਿੱਚ ਵਿਅਕਤੀਆਂ ਦੇ ਆਪਸੀ ਸੰਬੰਧ ਇੰਨੇ ਗੂੜੇ ਹੁੰਦੇ ਨੇ ਕਿ ਅੰਤਰਕਿਰਿਆ ਹੁੰਦੀ ਹੈ ਤੇ ਬੱਚੇ ਦੂਸਰੇ ਮੈਂਬਰਾਂ ਦੇ ਸੰਪਰਕ ਵਿੱਚ ਆ ਕੇ ਕਈ ਤਰ੍ਹਾਂ ਦੇ ਜਿਹੜੇ ਕਿ ਐਕਸਪੀਰੀਅੰਸ ਗ੍ਰਹਿਣ ਕਰਦਾ। ਠੀਕ ਹੈ, ਇਹਦੇ ਨਾਲ ਉਹ ਪਰਿਵਾਰ ਦੇ ਵਿੱਚ ਰਹਿਣ ਦੇ ਯੋਗ ਹੁੰਦਾ, ਸਮਾਜ ਦੇ ਵਿੱਚ ਇੱਕ ਚੰਗਾ ਨਾਗਰਿਕ ਬਣਦਾ। ਸੰਯੁਕਤ ਪਰਿਵਾਰ ਦੀਆਂ ਵਿਸ਼ੇਸ਼ਤਾਵਾਂ। ਹਾਂਜੀ, ਸੰਯੁਕਤ ਪਰਿਵਾਰ ਦੇ ਵਿੱਚ ਮੈਂਬਰਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ, ਜਿਹਦੇ ਵਿੱਚ 3 ਜਾਂ 4 ਪੀੜ੍ਹੀਆਂ ਤੱਕ ਜਿਹੜੇ ਕਿ ਰਕਤ ਸੰਬੰਧੀ ਵਿਆਹ ਦੁਆਰਾ ਪਰਿਵਾਰ ਦੇ ਵਿੱਚ ਆਉਣ ਵਾਲੀਆਂ ਔਰਤਾਂ ਸ਼ਾਮਲ ਹੁੰਦੀਆਂ ਨੇ, ਤੇ ਇਹਦੇ ਵਿੱਚ ਸਾਰੇ ਮੈਂਬਰਾਂ ਦਾ ਸੰਪત્ਤੀ ਉੱਤੇ ਸਾਂਝਾ ਅਧਿਕਾਰ ਹੁੰਦਾ। ਪਰਿਵਾਰ ਦੀ ਬਣਤਰ ਦੇ ਵਿੱਚ ਪਰਿਵਰਤਨ ਆਉਣ ਵਾਲੀਆਂ ਆਧੁਨਿਕ ਜਿਹੜੀਆਂ ਸਮੱਸਿਆਵਾਂ ਕਿਹੜੀਆਂ ਨੇ, ਇਹਨੂੰ ਰੀਡ ਕਰ ਲੈਣਾ। ਤੇ ਇੱਕ ਹਾਂਜੀ, ਪਰਿਵਾਰ ਦੇ ਆਰਥਿਕ ਕੰਮਾਂ ਵਿੱਚ ਕਿਹੜੇ ਪਰਿਵਰਤਨ ਆਏ ਨੇ। ਕੇਂਦਰੀ ਪਰਿਵਾਰ ਕੀ ਹੈ। ਕੇਂਦਰੀ ਪਰਿਵਾਰ ਦੇ ਵਿੱਚ ਕੇਂਦਰੀ ਪਰਿਵਾਰ ਸੀਮਤ ਪਰਿਵਾਰ ਹੁੰਦਾ, ਜਿਸ ਦੇ ਵਿੱਚ ਪਤੀ ਪਤਨੀ ਤੇ ਉਹਨਾਂ ਦੇ ਅਣਵਿਆਹੇ ਬੱਚੇ ਸ਼ਾਮਲ ਹੁੰਦੇ ਨੇ, ਤੇ ਵਿਆਹ ਹੋ ਜਾਣ ਤੇ ਬੱਚੇ ਆਪਣੇ ਅਲੱਗ ਸਥਾਨ ਤੇ ਰਹਿਣਾ ਸ਼ੁਰੂ ਕਰਦੇ ਨੇ। ਸੰਯੁਕਤ ਜਾਂ ਸਾਂਝਾ ਪਰਿਵਾਰ, ਜਿਹਦੇ ਵਿੱਚ ਜਿਹੜੇ ਕਿ ਮੈਂਬਰਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ, ਜਿਸ ਕਰਕੇ ਇਹਦਾ ਆਕਾਰ ਵੱਡਾ ਹੁੰਦਾ। ਦਾਦਾ ਦਾਦੀ, ਚਾਚਾ ਚਾਚੀ, ਤਾਇਆ ਤਾਈ ਤੇ ਉਹਨਾਂ ਦੇ ਬੱਚੇ ਸਭ ਜਿਹੜੇ ਕਿ ਇਕੱਠੇ ਰਹਿੰਦੇ ਨੇ। ਤੇ ਪਰਿਵਾਰ ਦੇ ਆਰਥਿਕ ਕੰਮ। ਠੀਕ ਹੈ, ਪਰਿਵਾਰ ਆਪਣੇ ਮੈਂਬਰਾਂ ਨੂੰ ਪਦ ਜਾਂ ਭੂਮਿਕਾ ਪ੍ਰਦਾਨ ਕਰਦਾ, ਸਟੇਟਸ ਤੇ ਰੋਲ, ਭਾਵ ਕਿ ਕੰਮ ਦੀ ਵੰਡ ਵੀ ਜਿਹੜੇ ਕਿ ਪਰਿਵਾਰ ਦੁਆਰਾ ਨਿਸ਼ਚਿਤ ਹੁੰਦੀ ਹੈ। ਖਾਣ ਪੀਣ, ਜਿਉਂਦੇ ਰਹਿਣ ਦੇ ਨਾਲ ਬਹੁਤ ਸਾਰੀਆਂ ਜ਼ਰੂਰਤਾਂ ਦੀ ਪੂਰਤੀ ਹੁੰਦੀ ਹੈ। ਅੱਗੇ ਹੈ ਆਗਮਨ ਪਰਿਵਾਰ। ਆਗਮਨ ਪਰਿਵਾਰ ਉਹ ਪਰਿਵਾਰ ਆ ਜਿਹਦੇ ਵਿੱਚ ਵਿਅਕਤੀ ਜਨਮ ਲੈਂਦਾ, ਵੱਡਾ ਹੁੰਦਾ, ਤੇ ਇਸ ਪਰਿਵਾਰ ਦੇ ਵਿੱਚ ਆਦਮੀ ਦੀ ਸਥਿਤੀ ਵਿੱਚ ਉਸਦਾ ਲੜਕਾ ਜਾਂ ਭਰਾ ਵੀ ਜਿਹੜਾ, ਤੇ ਔਰਤ ਦੀ ਸਥਿਤੀ ਲੜਕੀ ਤੇ ਭੈਣ ਦੀ ਵੀ ਹੋ ਸਕਦੀ ਹੈ। ਅੱਗੇ ਹੈ ਜਨਨ ਪਰਿਵਾਰ। ਵਿਆਹ ਦੇ ਬਾਅਦ ਵਿਅਕਤੀ ਜਿਹੜੇ ਵੀ ਪਰਿਵਾਰ ਦੀ ਸਥਾਪਨਾ ਕਰਦਾ, ਭਾਵ ਕਿ ਇਸ ਦੇ ਵਿੱਚੋਂ ਸੰਤਾਨ ਪੈਦਾ ਹੁੰਦੀ ਹੈ, ਇਸੇ ਕਰਕੇ ਇਸ ਨੂੰ ਜਨਨ ਪਰਿਵਾਰ ਦਾ ਨਾਂ ਦਿੱਤਾ ਜਾਂਦਾ। ਠੀਕ ਹੈ, ਇਸਤਰੀ ਦੀ ਸਥਿਤੀ ਪਤਨੀ ਜਾਂ ਮਾਂ ਵਾਲੀ ਤੇ ਪੁਰਸ਼ ਦੀ ਸਥਿਤੀ ਪਤੀ ਜਾਂ ਪਿਤਾ ਵਾਲੀ ਹੁੰਦੀ ਹੈ। ਰਕਤ ਸੰਬੰਧੀ ਵਿਆਹ। ਅੱਗੇ ਹੈ ਰਕਤ ਸੰਬੰਧੀ ਪਰਿਵਾਰ। ਅਜਿਹਾ ਪਰਿਵਾਰ ਹੁੰਦਾ ਜਿਸ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਲਿੰਗਿਕ ਸੰਬੰਧ ਨਹੀਂ ਪਾਇਆ ਜਾਂਦਾ। ਪਤੀ ਪਤਨੀ ਭਾਵੇਂ ਸ਼ਾਮਲ ਹੁੰਦੇ ਨੇ, ਪਰੰਤੂ ਪਰਿਵਾਰ ਦੇ ਆਧਾਰ ਤੇ ਰੂਪ ਦੇ ਵਿੱਚ ਨਹੀਂ ਸਵੀਕਾਰੇ ਜਾਂਦੇ, ਭਾਵ ਕਿ ਇਸ ਦੇ ਵਿੱਚ ਵਿਅਕਤੀ ਦੀ ਮੈਂਬਰਸ਼ਿਪ ਜਨਮ ਉੱਪਰ ਆਧਾਰਿਤ ਹੁੰਦੀ ਹੈ। ਠੀਕ ਹੈ, ਤੇ ਇਸ ਪ੍ਰਕਾਰ ਦਾ ਪਰਿਵਾਰ ਮਾਲਾਬਾਰ ਦੇ ਕੁਝ ਕਬਾਇਲੀ ਲੋਕਾਂ ਵਿੱਚ ਪਾਇਆ ਜਾਂਦਾ। ਇਸ ਪਰਿਵਾਰ ਦਾ ਅੰਤ ਤਲਾਕ ਦੇ ਦੁਆਰਾ ਵੀ ਨਹੀਂ ਹੁੰਦਾ। ਤੇ ਵਿਆਹ ਸੰਬੰਧੀ ਪਰਿਵਾਰ। ਠੀਕ ਹੈ, ਇਸ ਪ੍ਰਕਾਰ ਦੇ ਪਰਿਵਾਰ ਦੇ ਵਿੱਚ ਪਤੀ ਪਤਨੀ ਤੇ ਉਹਨਾਂ ਦੇ ਅਣਵਿਆਹੇ ਬੱਚੇ ਰਹਿੰਦੇ ਨੇ, ਤੇ ਇਸ ਪ੍ਰਕਾਰ ਦੇ ਪਰਿਵਾਰ ਵਿੱਚ ਪਤੀ ਪਤਨੀ ਤੇ ਉਹਨਾਂ ਦੇ ਰਿਸ਼ਤੇਦਾਰ ਸ਼ਾਮਲ ਹੁੰਦੇ ਨੇ। ਤੇ ਵਿਆਹ ਸੰਬੰਧੀ ਪਰਿਵਾਰ ਪਤੀ ਜਾਂ ਪਤਨੀ ਦੀ ਮੌਤ ਹੋ ਜਾਣ ਤੇ ਜਾਂ ਤਲਾਕ ਹੋ ਜਾਣ ਤੇ ਟੁੱਟ ਜਾਂਦਾ, ਕਿਉਂਕਿ ਇਸ ਦਾ ਕੇਂਦਰ ਪਤੀ ਪਤਨੀ ਹੀ ਹੁੰਦੇ ਨੇ। ਤੇ ਪਰਿਵਾਰ ਦੇ ਪਰੰਪਰਾਗਤ ਕੰਮ ਕਿਹੜੇ ਸੀ। ਵੰਸ਼ ਕੀ ਹੁੰਦਾ। ਹਰ ਇੱਕ ਪਰਿਵਾਰ ਵਿੱਚ ਵੰਸ਼ ਨਾਮ ਨੂੰ ਨਿਰਧਾਰਿਤ ਕਰਨ ਦਾ ਵੱਖੋ ਵੱਖਰਾ ਨਿਯਮ ਹੈ। ਪਰਿਵਾਰ ਵਿੱਚ ਪੈਦਾ ਹੋਏ ਹਰ ਬੱਚੇ ਨੂੰ ਕਿਸੇ ਵੀ ਨਿਯਮ ਦੇ ਆਧਾਰ ਉੱਤੇ ਉਪਨਾਮ ਮਿਲਦਾ। ਠੀਕ ਹੈ, ਇਹ ਉਪਨਾਮ ਜਾਂ ਵੰਸ਼ ਨਾਮ ਦੇ ਆਧਾਰ ਤੇ ਹੀ ਵਿਅਕਤੀ ਪੀੜ੍ਹੀ ਦਰ ਪੀੜ੍ਹੀ ਪਹਿਚਾਣਿਆ ਜਾਂਦਾ, ਤੇ ਇਹ ਪਰਿਵਾਰ ਦੀ ਮੁੱਖ ਵਿਸ਼ੇਸ਼ਤਾ ਵੀ ਹੈ, ਤੇ ਇਹਦੇ ਨਾਲ ਪਰਿਵਾਰ ਦੀ ਪਹਿਚਾਣ ਹੁੰਦੀ ਹੈ। ਠੀਕ ਹੈ, ਵੀ ਜਿਹਦੇ ਨਾਲ ਪਰਿਵਾਰ ਦੀ ਪਹਿਚਾਣ ਹੁੰਦੀ ਹੈ, ਜਿਹੜੀ ਪਰਿਵਾਰ ਦੀ ਵਿਸ਼ੇਸ਼ਤਾ, ਠੀਕ ਆ, ਉਪਨਾਮ ਮਿਲਦਾ, ਉਹਨੂੰ ਵੰਸ਼ ਕਹਿੰਦੇ ਨੇ। ਪਿਤਾ ਮੁਖੀ ਪਰਿਵਾਰ ਕੀ ਹੁੰਦਾ, ਜਾਂ ਪਿੱਤਰ ਸਤਾਤਮਕ ਪਰਿਵਾਰ ਕੀ ਹੈ, ਜਿਹਦੇ ਵਿੱਚ ਜਾਂ ਪਿੱਤਰ ਵੰਸ਼ੀ ਪਰਿਵਾਰ ਜਾਂ ਪਿੱਤਰੀ ਪ੍ਰਧਾਨ ਪਰਿਵਾਰ, ਜਿਹਦੇ ਵਿੱਚ ਜਿਹੜੇ ਕਿ ਪਿਤਾ ਦੇ ਹੱਥ ਦੇ ਵਿੱਚ ਹੀ ਸਾਰੀ ਪਾਵਰ ਹੁੰਦੀ ਹੈ, ਸਾਰਾ ਕੰਮ ਪਿਤਾ ਦੇ ਹੱਥਾਂ ਦੇ ਵਿੱਚ ਹੀ ਹੁੰਦਾ। ਠੀਕ ਆ, ਪਰਿਵਾਰ ਦਾ ਕਰਤਾ ਧਰਤਾ ਪਿਤਾ ਹੁੰਦਾ, ਉਹਨੂੰ ਕਹਿੰਦੇ ਨੇ। ਤੇ ਅੱਗੇ ਹੈ ਮਾਤਰ, ਜਿਹਦੇ ਵਿੱਚ ਜਿਹੜੇ ਕਿ
ਜਾਂ ਮਾਤਾ ਪ੍ਰਧਾਨ ਸੱਤਾ ਜਾਂ ਸ਼ਕਤੀ ਮਾਤਾ ਦੇ ਹੱਥਾਂ ਦੇ ਵਿੱਚ ਹੁੰਦੀ ਹੈ ਤੇ ਬੱਚਿਆਂ ਅਤੇ ਮਾਤਾ ਦੇ ਰਿਸ਼ਤੇਦਾਰਾਂ ਦਾ ਅਧਿਕਾਰ ਜ਼ਿਆਦਾ ਹੁੰਦਾ। ਠੀਕ ਹੈ, ਬੱਚਿਆਂ ਉੱਤੇ ਮਾਤਾ ਦੇ ਰਿਸ਼ਤੇਦਾਰਾਂ ਦਾ ਹੀ ਅਧਿਕਾਰ ਹੁੰਦਾ, ਨਾ ਕਿ ਪਿਤਾ ਦੇ ਰਿਸ਼ਤੇਦਾਰਾਂ ਦਾ, ਭਾਵ ਕਿ ਜਿਹਦੇ ਵਿੱਚ ਸਾਰਾ ਅਧਿਕਾਰ ਇਸਤਰੀ ਨੂੰ ਹੀ ਹੋਵੇ। ਠੀਕ ਹੈ, ਇਸਤਰੀ ਹੀ ਮੂਲ ਪੂਰਵਜ ਮੰਨੀ ਜਾਂਦੀ ਹੈ ਤੇ ਸੰਪਤੀ ਦਾ ਵਾਰਿਸ ਪੁੱਤਰ ਨਹੀਂ ਬਲਕਿ ਮਾਂ ਦਾ ਭਰਾ ਜਾਂ ਭਾਣਜਾ ਹੁੰਦਾ। ਭਾਵ ਕਿ ਜਿਹੜੇ ਕਿ ਪਰਿਵਾਰ ਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਸ਼ਕਤੀ ਮਾਤਾ ਦੇ ਹੱਥਾਂ ਦੇ ਵਿੱਚ ਹੁੰਦੀ ਹੈ ਤੇ ਪਰਿਵਾਰ ਮਾਂ ਦੇ ਨਾਮ ਤੇ ਹੀ ਚੱਲਦਾ। ਇਹਦਾ ਮਤਲਬ ਕਿ ਬੱਚੇ ਦੇ ਨਾਮ ਦੇ ਨਾਲ ਮਾਤਾ ਦੇ ਵੰਸ਼ ਦਾ ਨਾਮ ਹੀ ਚੱਲਦਾ। ਇਸ ਪ੍ਰਕਾਰ ਦਾ ਪਰਿਵਾਰ ਭਾਰਤ ਦੇ ਕੁਝ ਕਬੀਲਿਆਂ ਗਾਰੋ, ਖਾਸੀ ਇਹਨਾਂ ਦੇ ਵਿੱਚ ਮਿਲਦਾ। ਅੱਗੇ ਹੈ ਕਬੀਲੇ ਦਾ ਅਰਥ। ਹਾਂਜੀ, ਪ੍ਰਾਚੀਨ ਆਦਿਮ ਸਮਾਜ ਦੇ ਵਿੱਚ ਕਬੀਲਾ ਕਈ ਪਰਿਵਾਰਾਂ ਦਾ ਇਕੱਠ ਹੁੰਦਾ ਸੀ ਜਿਸ ਦੀ ਇੱਕ ਨਿਸ਼ਚਿਤ ਭੂਗੋਲਿਕ ਸਥਿਤੀ ਹੁੰਦੀ ਸੀ ਤੇ ਇਸ ਵਿੱਚ ਕੰਮ ਦਾ ਵਿਸ਼ੇਸ਼ੀਕਰਨ ਨਹੀਂ ਹੁੰਦਾ। ਇੱਕੋ ਭਾਸ਼ਾ ਪਰੰਪਰਾਵਾਂ ਪ੍ਰਥਾਵਾਂ ਹੁੰਦੀਆਂ ਨੇ, ਇਸ ਨੂੰ ਕਬੀਲਾ ਕਿਹਾ ਜਾਂਦਾ। ਨੈਕਸਟ ਹੈਗਾ ਇਹਦੇ ਵਿੱਚ ਕਬੀਲੇ ਦੇ ਵਿਸ਼ੇਸ਼ਤਾਵਾਂ। ਨਿਸ਼ਚਿਤ ਸਥਾਨ ਹੁੰਦਾ, ਕਬੀਲਾ ਖੰਡਾਤਮਕ ਹੁੰਦਾ। ਠੀਕ ਆ, ਵੱਖ-ਵੱਖ ਸਮੂਹਾਂ ਦੇ ਮੈਂਬਰਾਂ ਨੂੰ ਬਰਾਬਰ ਸਮਝਿਆ ਜਾਂਦਾ। ਤਾਂ ਇੱਕ ਕਬੀਲੇ ਦਾ ਦੂਜੇ ਕਬੀਲੇ ਦੇ ਸਮੂਹ ਤੋਂ ਵੱਖਰਾ ਹੁੰਦਾ। ਆਰਥਿਕ ਸੰਗਠਨ ਕੀ ਹੈ ਇਹਦਾ, ਰੀਡ ਕਰ ਲੈਣਾ ਤੁਸੀਂ। ਰਾਜਨੀਤਿਕ ਸੰਗਠਨ ਸਾਂਝੀ ਬੋਲੀ। ਹਰ ਇੱਕ ਕਬੀਲੇ ਦੀ ਬੋਲੀ ਵੱਖੋ ਵੱਖਰੀ ਹੁੰਦੀ ਆ ਤੇ ਇਸ ਭਾਸ਼ਾ ਦੇ ਆਧਾਰ 'ਤੇ ਕਬੀਲੇ ਦਾ ਨਿਰਮਾਣ ਹੁੰਦਾ। ਹਰ ਕਬੀਲੇ ਦੀ ਆਪਣੀ ਸਾਂਝੀ ਬੋਲੀ ਹੁੰਦੀ ਹੈ ਜੋ ਉਸ ਕਬੀਲੇ ਦੇ ਮੈਂਬਰ ਸਮਝ ਸਕਦੇ ਨੇ ਤੇ ਜਿਸ ਦੇ ਆਧਾਰ 'ਤੇ ਉਹਨਾਂ ਨੂੰ ਦੂਸਰੇ ਕਬੀਲਿਆਂ ਨਾਲੋਂ ਵੱਖ ਕੀਤਾ ਜਾ ਸਕਦਾ। ਧਰਮ ਦਾ ਮਹੱਤਵ ਅੱਗੇ। ਠੀਕ ਹੈ, ਨੈਕਸਟ ਹੈਗਾ ਅੱਗੇ ਸ਼ਬਦ ਪਿੰਡ ਦਾ ਅਰਥ। ਠੀਕ ਹੈ, ਪਿੰਡ ਸ਼ਬਦ ਦਾ ਅਰਥ ਇਹ ਹੈ ਕਿ ਜਦੋਂ ਵਿਅਕਤੀ ਨੇ ਖੇਤੀ ਕਰਨੀ ਨਹੀਂ ਸਿੱਖੀ, ਠੀਕ ਹੈ, ਤਾਂ ਉਹ ਖਾਣ ਪੀਣ ਦੀਆਂ ਚੀਜ਼ਾਂ ਦੀ ਭਾਲ ਦੇ ਵਿੱਚ ਇੱਧਰ ਉੱਧਰ ਭਟਕਦਾ ਸੀ, ਤਾਂ ਉਹ ਇਕੱਠੇ ਇੱਕ ਜਗ੍ਹਾ 'ਤੇ ਨਹੀਂ ਸੀ ਰਹਿੰਦੇ ਤੇ ਇਸ ਅਵਸਥਾ ਵਿੱਚ ਵਿਅਕਤੀ ਇੱਕ ਇਕੱਠ ਦੇ ਵਿੱਚ ਘੁੰਮਦੇ ਸੀ। ਠੀਕ ਹੈ, ਤਾਂ ਉਹ ਆ ਪਿੰਡ, ਭਾਵ ਕਿ ਜਿਹਦੇ ਵਿੱਚ ਉਹਨਾਂ ਨੂੰ ਇੱਕ ਜਗ੍ਹਾ 'ਤੇ ਨਹੀਂ ਰਹਿੰਦੇ ਸੀ, ਕੋਈ ਚੀਜ਼ਾਂ ਦੇ ਲਈ ਇੱਧਰ ਉੱਧਰ ਭਟਕਦੇ ਸੀ। ਠੀਕ ਹੈ, ਇਕੱਠੇ ਇੱਕ ਜਗ੍ਹਾ 'ਤੇ ਨਹੀਂ ਸੀ ਰਹਿੰਦੇ ਤੇ ਇਸ ਅਵਸਥਾ ਵਿੱਚ ਵਿਅਕਤੀ ਇਕੱਠ ਦੇ ਵਿੱਚ ਘੁੰਮਦੇ ਸੀ, ਗਰੁੱਪ ਦੇ ਵਿੱਚ। ਪੇਂਡੂ ਸਮੁਦਾਇ ਦਾ ਅਰਥ। ਪੇਂਡੂ ਸਮੁਦਾਇ ਉਹਨਾਂ ਲੋਕਾਂ ਦਾ ਸਮੂਹ ਜਿਹਦਾ ਆਕਾਰ ਛੋਟਾ ਤੇ ਬਦਲਵਾਂ ਹੁੰਦਾ ਤੇ ਨਿਸ਼ਚਿਤ ਸਥਾਨ ਤੇ ਰਹਿੰਦੇ ਹੋਣ ਤੇ ਉਹ ਇਹਨਾਂ ਵਿੱਚ ਵਿਸ਼ੇਸ਼ ਪ੍ਰਕਾਰ ਦੇ ਆਰਥਿਕ ਤੇ ਸਮਾਜਿਕ ਸੰਗਠਨਾਂ ਦਾ ਵਿਕਾਸ ਪਾਇਆ ਜਾਂਦਾ। ਇਹਨੂੰ ਪੇਂਡੂ ਸਮੁਦਾਇ ਕਹਿੰਦੇ ਨੇ। ਆਦਿਮ ਪੇਂਡੂ ਸਮੁਦਾਇ। ਆਦਿਮ ਜਿਹਦੇ ਵਿੱਚ ਸਾਰੇ ਲੋਕ ਜ਼ਮੀਨ ਦੇ ਮਾਲਕ ਹੁੰਦੇ ਨੇ ਤੇ ਰਲ ਕੇ ਜ਼ਮੀਨ ਤੇ ਖੇਤੀ ਕਰਦੇ ਨੇ, ਰਲ ਕੇ ਹੀ ਅਨਾਜ ਪੈਦਾ ਕਰਦੇ ਨੇ। ਪਿੰਡ ਦਾ ਮੁਖੀਆ ਪਿੰਡ ਦੇ ਆਰਥਿਕ, ਧਾਰਮਿਕ, ਸਮਾਜਿਕ ਜੀਵਨ ਉੱਪਰ ਨਿਯੰਤਰਣ ਰੱਖਦਾ। ਤੁਲਨਾਤਮਕ ਪਿੰਡਾਂ ਦੀ ਘੱਟ ਵਸੋਂ। ਪਿੰਡਾਂ ਦੀ ਵਸੋਂ ਬਹੁਤ ਘੱਟ ਹੁੰਦੀ ਹੈ ਕਿਉਂਕਿ ਪੇਂਡੂ ਆਰਥਿਕ ਖੇਤੀ ਉੱਪਰ ਨਿਰਭਰ ਕਰਦੇ ਨੇ। ਖੇਤੀ ਕਰਨ ਦੇ ਵਧੇਰੇ ਜ਼ਮੀਨ ਦੀ ਜ਼ਰੂਰਤ ਪੈਂਦੀ ਹੈ, ਇਸੇ ਕਰਕੇ ਪਿੰਡਾਂ ਵਿੱਚ ਲੋਕਾਂ ਦੇ ਘਰ ਖੇਤਾਂ ਤੋਂ ਵਧੇਰੇ ਦੂਰ ਜਾ ਕੇ ਨਹੀਂ ਬਚਾਏ ਜਾ ਸਕਦੇ। ਜਨਸੰਖਿਆ ਦੀ ਕਰੂਪਤਾ। ਠੀਕ ਹੈ, ਇਹਨਾਂ ਨੂੰ ਰੀਡ ਕਰ ਲੈਣਾ, ਇਹਨਾਂ ਨੂੰ ਸਾਰੇ ਕੁਐਸਚਨਾਂ ਨੂੰ। ਜਿਹੜੇ ਸ਼ਹਿਰ ਕੀ ਹੈ, ਸ਼ਹਿਰ ਦਾ ਅਰਥ ਆ ਵਧੇਰੇ ਵਿਸ਼ਾਲ ਖੇਤਰ ਵਰਤਿਆ ਜਾਂਦਾ। ਠੀਕ ਹੈ, ਵਿਸ਼ਾਲ ਖੇਤਰ ਲਈ ਜਿਹੜਾ ਜ਼ਿਆਦਾ ਖੇਤਰ ਹੁੰਦਾ ਉਹਦੇ ਲਈ ਸ਼ਹਿਰ ਸ਼ਬਦ ਵਰਤਿਆ ਜਾਂਦਾ। ਇਹਦੇ ਵਿੱਚ ਸਮਾਜਿਕ, ਧਾਰਮਿਕ ਵਿਭਿੰਨਤਾਵਾਂ ਵੀ ਪਾਈਆਂ ਜਾਂਦੀਆਂ ਨੇ ਤੇ ਇਸ ਵਿੱਚ ਵਿਅਕਤੀਵਾਦ, ਪਦਾਰਥਵਾਦ, ਦੂਤੀਆ ਸੰਬੰਧ ਹੁੰਦੇ ਨੇ। ਸਮਾਜਿਕ ਗਤੀਸ਼ੀਲਤਾ। ਠੀਕ ਹੈ, ਸ਼ਹਿਰ ਦੇ ਵਿੱਚ ਕੰਮ ਦੀ ਵੰਡ ਦਾ ਵਿਸ਼ੇਸ਼ੀਕਰਨ ਪਾਇਆ ਜਾਂਦਾ। ਵਿਅਕਤੀ ਯੋਗਤਾ ਆਧਾਰ 'ਤੇ ਨੀਵੀਂ ਤੋਂ ਉੱਚੀ ਸਥਿਤੀ ਦੇ ਵਿੱਚ ਕਰਦਾ, ਭਾਵ ਕਿ ਗਤੀਸ਼ੀਲਤਾ ਹੁੰਦੀ ਹੈ। ਸ਼ਹਿਰੀ ਤੇ ਪੇਂਡੂ ਸਮਾਜ ਦੇ ਵਿੱਚ ਅੰਤਰ। ਸ਼ਹਿਰਾਂ ਵਿੱਚ ਕੇਂਦਰੀ ਪਰਿਵਾਰ ਹੁੰਦੇ ਨੇ, ਪਿੰਡਾਂ ਵਿੱਚ ਸੰਯੁਕਤ। ਸ਼ਹਿਰਾਂ ਵਿੱਚ ਗੁਆਂਢ ਦੀ ਮਹੱਤਤਾ ਘੱਟ ਹੁੰਦੀ ਹੈ, ਪਿੰਡਾਂ ਦੇ ਵਿੱਚ ਜ਼ਿਆਦਾ। ਪਿੰਡਾਂ ਵਿੱਚ ਮੁੱਖ ਕਿੱਤਾ ਖੇਤੀਬਾੜੀ, ਸ਼ਹਿਰਾਂ ਵਿੱਚ ਵੱਖ-ਵੱਖ ਕਿੱਤੇ ਨੇ। ਸ਼ਹਿਰਾਂ ਦੀ ਜਨਸੰਖਿਆ ਵੱਧ ਤੇ ਪਿੰਡਾਂ ਦੀ ਜਨਸੰਖਿਆ ਘੱਟ ਹੁੰਦੀ ਹੈ। ਸ਼ਹਿਰਾਂ ਦਾ ਵਾਤਾਵਰਨ ਬਣਾਵਟੀ ਹੁੰਦਾ, ਪਿੰਡਾਂ ਦਾ ਪ੍ਰਾਕਿਰਤਿਕ ਹੁੰਦਾ। ਅੱਗੇ ਹੈ ਲਿੰਗ ਅਨੁਪਾਤ। ਜੇਕਰ ਅਸੀਂ ਸਧਾਰਨ ਸ਼ਬਦਾਂ ਵਿੱਚ ਦੇਖੀਏ ਤਾਂ 1000 ਆਦਮੀਆਂ ਦੇ ਪਿੱਛੇ ਔਰਤਾਂ ਦੀ ਸੰਖਿਆ ਨੂੰ ਆਪਾਂ ਕੀ ਕਹਿੰਦੇ ਹਾਂ, ਲਿੰਗ ਅਨੁਪਾਤ ਕਹਿੰਦੇ ਹਾਂ। ਤੇ ਇਹਦਾ ਅਰਥ ਹੈ ਕਿ ਕਿਸੇ ਵਿਸ਼ੇਸ਼ ਖੇਤਰ ਵਿੱਚ 1000 ਆਦਮੀਆਂ ਦੇ ਪਿੱਛੇ ਕਿੰਨੀਆਂ ਔਰਤਾਂ ਨੇ ਤੇ ਇਸੇ ਨੂੰ ਹੀ ਲਿੰਗ ਅਨੁਪਾਤ ਕਹਿੰਦੇ ਨੇ। ਤੇ ਲਿੰਗ ਅਨੁਪਾਤ ਸ਼ਬਦ ਦਾ ਸੰਬੰਧ ਕਿਸੇ ਵੀ ਦੇਸ਼ ਦੀ ਜਨਸੰਖਿਆ ਨਾਲ ਸੰਬੰਧਿਤ ਜਨਸੰਖਿਅਕ ਲੱਛਣਾਂ ਨਾਲ ਤੇ ਦੇਸ਼ ਦੀ ਜਨਸੰਖਿਆ ਦੇ ਬਾਰੇ ਦੇ ਵਿੱਚ ਪਤਾ ਕਰਨ ਲਈ ਲਿੰਗ ਅਨੁਪਾਤ ਦਾ ਪਤਾ ਹੋਣਾ ਜ਼ਰੂਰੀ ਹੈ। ਘੱਟ ਹੁੰਦੇ ਲਿੰਗ ਅਨੁਪਾਤ ਦੇ ਕਾਰਨ ਕੀ ਨੇ? ਬਦਲਦੇ ਹੋਏ ਲਿੰਗ ਅਨੁਪਾਤ ਦੇ ਕਾਰਨ ਲੋਕਾਂ ਵਿੱਚ ਮੁੰਡਾ ਪ੍ਰਾਪਤ ਕਰਨ ਦੀ ਇੱਛਾ, ਮਾਦਾ ਭਰੂਣ ਹੱਤਿਆ ਦਾ ਪ੍ਰਚਲਨ, ਕਈ ਕਬੀਲਿਆਂ ਵਿੱਚ ਲੜਕੀਆਂ ਨੂੰ ਜਨਮ ਤੋਂ ਬਾਅਦ ਮਾਰਨ ਦੀ ਪ੍ਰਥਾ, ਆਦਮੀ ਦੇ ਇੱਕ ਦੂਜੇ ਦੀ ਥਾਂ ਉੱਤੇ ਜਾਣ ਦੀ ਵੀ ਘਟਦੀ ਹੈ ਇਹ, ਤੇ ਪਰੰਪਰਾਗਤ ਸਮਾਜ ਦੀ ਪ੍ਰਵਿਰਤੀ ਦੇ ਕਾਰਨ। ਘੱਟ ਹੁੰਦੇ ਲਿੰਗ ਅਨੁਪਾਤ ਦੇ ਨਤੀਜੇ ਔਰਤਾਂ ਨਾਲ ਹਿੰਸਾ ਵੱਧ ਗਈ ਹੈ, ਬਹੁਪਤੀ ਵਿਆਹ ਦੀ ਪ੍ਰਥਾ ਵੱਧ ਗਈ ਹੈ, ਔਰਤਾਂ ਦੀ ਸਮਾਜਿਕ ਸਥਿਤੀ ਨੀਵੀਂ ਹੁੰਦੀ ਹੈ, ਔਰਤਾਂ ਦੀ ਸਿਹਤ ਉੱਤੇ ਮਾੜਾ ਅਸਰ ਹੁੰਦਾ ਤੇ ਔਰਤਾਂ ਦੀ ਖਰੀਦੋ ਫਰੋਖਤ ਹੁੰਦੀ ਹੈ। ਅੱਗੇ ਹੈ ਸ਼ਹਿਰੀ ਸ਼ਬਦ ਦਾ ਅਰਥ ਪੜ੍ਹ ਲੈਣਾ ਕੀ ਹੈ। ਸਿਟੀ। ਠੀਕ ਹੈ, ਸ਼ਹਿਰੀ ਅੰਗਰੇਜ਼ੀ ਭਾਸ਼ਾ ਸ਼ਬਦ ਸਿਟੀ ਦਾ ਪੰਜਾਬੀ ਅਰਥ ਹੈ ਸਿਟੀ। ਲਤੀਨੀ ਭਾਸ਼ਾ ਸ਼ਬਦ ਸਟੀਟੀਸ ਤੋਂ ਲਿਆ ਗਿਆ ਜਿਹਦਾ ਅਰਥ ਹੈ ਨਾਗਰਿਕਤਾ। ਇਸ ਤਰ੍ਹਾਂ ਅੰਗਰੇਜ਼ੀ ਭਾਸ਼ਾ ਸ਼ਬਦ ਅਰਬਨ ਵੀ ਲਤੀਨੀ ਭਾਸ਼ਾ ਸ਼ਬਦ ਅਰਬੀਨੀਅਨਸ ਤੋਂ ਲਿਆ ਗਿਆ ਜਿਹਦਾ ਅਰਥ ਹੈ ਸ਼ਹਿਰ। ਇਸੇ ਤਰ੍ਹਾਂ ਲਤੀਨੀ ਭਾਸ਼ਾ ਸ਼ਬਦ ਜਿਹੜੇ ਕਿ ਅਰਜ਼ ਜਿਸ ਦਾ ਅਰਥ ਹੈ ਸ਼ਹਿਰ। ਨਗਰੀਕਰਨ ਕੀ ਹੈ? ਹਾਂਜੀ, ਨਗਰੀਕਰਨ ਇੱਕ ਅਜਿਹੀ ਪ੍ਰਕਿਰਿਆ ਜਿਸ ਵਿੱਚ ਲੋਕ ਪੇਂਡੂ ਖੇਤਰ ਨੂੰ ਛੱਡ ਕੇ ਸ਼ਹਿਰਾਂ ਦੇ ਵੱਲ ਜਾਂਦੇ ਨੇ
ਭਾਵ ਕਿ ਸ਼ਹਿਰੀਕਰਨ। ਇਸ ਨਗਰੀਕਰਨ ਦੀ ਪ੍ਰਕਿਰਿਆ ਦੇ ਨਾਲ ਸ਼ਹਿਰਾਂ ਦੀ ਜਨਸੰਖਿਆ ਵਿੱਚ ਵਾਧਾ ਹੁੰਦਾ। ਸ਼ਹਿਰ ਇੱਕਦਮ ਜਾਂ ਇੱਕ ਤਰਫਾ ਹੀ ਵਿਕਸਿਤ ਨਹੀਂ ਹੁੰਦੇ, ਬਲਕਿ ਪੇਂਡੂ ਸਮੁਦਾਇ ਹੌਲੀ ਹੌਲੀ ਸ਼ਹਿਰਾਂ ਦੇ ਵਿੱਚ ਵਿਕਸਿਤ ਹੋ ਜਾਂਦੇ ਨੇ। ਅੱਗੇ ਹੈ ਸ਼ਹਿਰੀ ਸਮਾਜ ਵੱਧ ਜਨਸੰਖਿਆ ਵਾਲਾ। ਠੀਕ ਹੈ, ਅਦੁੱਤੀ ਅਤੇ ਰਸਮੀ ਸੰਬੰਧ, ਇਹ ਸਾਰੀ ਇੱਕ ਵਾਰ ਜ਼ਰੂਰ ਰੀਡਿੰਗ ਕਰ ਲੈਣੀ ਇਹਨਾਂ ਦੇ ਸਾਰੇ ਕੁਐਸਚਨਾਂ ਦੀ। ਨਗਰਵਾਦ, ਠੀਕ ਹੈ, ਪੇਂਡੂ ਅਤੇ ਸ਼ਹਿਰੀ ਪਰਿਵਾਰ ਵਿੱਚ ਅੰਤਰ ਕੀ ਹੈ, ਅੰਤਰ ਵਾਲੇ ਤਾਂ ਜਿਹੜੇ ਕਿ ਇੰਪੋਰਟੈਂਟ ਹੋ ਜਾਂਦੇ ਨੇ ਕੁਐਸਚਨ ਬਹੁਤ। ਸ਼ਹਿਰੀ ਸਮਾਜ ਦੇ ਵਿੱਚ ਔਰਤਾਂ ਦੀ ਸਥਿਤੀ। ਨਗਰਵਾਦ ਕੀ ਹੈ? ਨਗਰਵਾਦ ਨਗਰੀਕਰਨ ਦਾ ਇੱਕ ਅੰਗ ਹੈ। ਨਗਰੀਕਰਨ ਇੱਕ ਅਜਿਹੀ ਪ੍ਰਕਿਰਿਆ ਜਿਹੜੀ ਅਸਲ ਦੇ ਵਿੱਚ ਪੇਂਡੂ ਅਰਥ ਵਿਵਸਥਾ ਤੋਂ ਸ਼ਹਿਰੀ ਅਰਥ ਵਿਵਸਥਾ ਵੱਲ ਪਰਿਵਰਤਨ ਲਿਆਉਂਦੀ ਹੈ। ਸ਼ਹਿਰੀ ਪਰਿਵਾਰ ਕੀ ਹੁੰਦਾ? ਠੀਕ ਹੈ, ਨੈਕਸਟ ਹੈ ਕਿ ਅੰਤਰਜਾਤੀ ਵਿਆਹ, ਸ਼ਹਿਰੀ ਅਰਥ ਵਿਵਸਥਾ, ਇਹਨਾਂ ਨੂੰ ਇੱਕ ਵਾਰ ਰੀਡਿੰਗ ਜ਼ਰੂਰ ਕਰ ਲਿਓ। ਥੈਂਕਸ।